ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾਵਤੀ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ, ਦੂਜਾ ਅਵਰ ਨਾ ਕੋਏ। ਰਹਾਉ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਔਰ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 38 ਔਰ 39 ਦੇ ਉੱਪਰ ਸੁਭਾਇਮਾਨ ਹੈ। ਔਰ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਪਾਤਸ਼ਾਹ ਜੀ ਵੱਲੋਂ ਉਪਦੇਸ਼ ਜੋ ਸਾਹਿਬ ਵੱਲੋਂ ਸਿੱਖਿਆ ਬਖਸ਼ਿਸ਼ ਕੀਤੀ ਗਈ ਹੈ, ਇਹਦੇ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਸਾਨੂੰ ਸਮਝਾਇਆ ਕਿ ਇੱਕ ਅਕਾਲ ਪੁਰਖ ਪਰਮੇਸ਼ਵਰ ਹੈ, ਜਿਹਦੀ ਤਾਕਤ ਜਿਹੜੀ ਹੈ ਉਹ ਸਾਰੀਆਂ ਥਾਵਾਂ ਦੇ ਉੱਤੇ ਕੰਮ ਕਰ ਰਹੀ ਹੈ। ਇੱਕ ਪ੍ਰਭੂ ਜੀ ਉਹਦੇ ਤੋਂ ਬਿਨਾਂ ਕੋਈ ਦੂਜੀ ਤਾਕਤ ਨਹੀਂ ਜਿਹੜੀ ਕਿਸੇ ਕਾਰਜ ਨੂੰ ਕਰ ਸਕਦੀ ਹੋਵੇ। ਔਰ ਇੱਥੋਂ ਤੱਕ
ਕਾਰਜ ਕਰਨਾ ਤੇ ਬੜੀ ਦੂਰ ਦੀ ਗੱਲ ਹੈ, ਕਿਸੇ ਕੋਲ ਇੰਨਾ ਬਲ ਵੀ ਨਹੀਂ ਕਿ ਉਹਦੇ ਕੀਤੇ ਕਾਰਜ ਵਿੱਚ ਕੋਈ ਦਖਲ ਵੀ ਦੇ ਸਕਦਾ ਹੋਵੇ। ਸਮਾਜ ਦੁਆਰਾ ਜੋ ਮੰਨੇ ਜਾਂਦੇ ਨੇ ਕਿ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਇਹਨਾਂ ਸਾਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਤੇ ਸਤਿਗੁਰੂ ਕਹਿੰਦੇ ਵੀ ਉਹਨਾਂ ਦੇ ਉੱਤੇ ਵੀ ਉਸੇ ਪ੍ਰਭੂ ਜੀ ਦਾ, ਪਰਮੇਸ਼ਵਰ ਜੀ ਦਾ ਜ਼ੋਰ ਹੈ, ਰੱਬ ਜੀ ਦਾ ਜ਼ੋਰ ਹੈ। ਔਰ ਰੱਬ ਜੀ ਦੇ ਹੁਕਮ ਤੋਂ ਬਾਗੀ ਹੋ ਕੇ, ਆਕੀ ਹੋ ਕੇ ਕੋਈ ਵੀ ਸੰਸਾਰ ਉੱਤੇ ਨਹੀਂ ਰਹਿ ਸਕਦਾ ਜਾਂ ਨਹੀਂ ਚੱਲ ਸਕਦਾ। ਹਰ ਜੀਵ ਨੂੰ ਪਰਮੇਸ਼ਵਰ ਦੇ ਹੁਕਮ ਅਨੁਸਾਰੀ ਰਹਿਣਾ ਪੈਂਦਾ ਹੈ। ਜਿਹੜੇ ਤੇ ਰੱਬ ਜੀ ਦੇ ਹੁਕਮ ਤੋਂ ਬਾਗੀ ਹੋਣ ਦੀ ਕੋਸ਼ਿਸ਼, ਯਤਨ ਕਰਦੇ ਨੇ, ਸਤਿਗੁਰੂ ਕਹਿੰਦੇ ਉਹ ਰੱਬ ਦੇ ਦਰ ਤੋਂ ਠੁਕਰਾਏ ਜਾਂਦੇ ਨੇ। ਤੇ ਜਿਹੜੇ ਰੱਬ ਜੀ ਦੇ ਹੁਕਮ ਅਨੁਸਾਰੀ ਹੋ ਜਾਣ, ਰੱਬ ਜੀ ਜਿਨ੍ਹਾਂ ਤੇ ਆਪ ਕਿਰਪਾ ਕਰ ਦਿੰਦੇ ਨੇ, ਪਰਮੇਸ਼ਵਰ ਜੀ ਆਪ ਰਹਿਮਤ ਕਰ ਦਿੰਦੇ ਨੇ, ਉਹ ਰੱਬ ਜੀ ਦੇ ਹੁਕਮ ਅਨੁਸਾਰੀ ਬਣ ਜਾਂਦੇ ਤੇ ਹੁਕਮ ਅਨੁਸਾਰੀ ਰਹਿੰਦਿਆਂ ਆਪਣਾ ਜੀਵਨ ਬਸਰ ਕਰਦੇ ਨੇ। ਅੱਜ ਦੇ ਪਾਵਨ ਸ਼ਬਦ ਵਿੱਚ ਜੋ ਸਾਹਿਬ ਵੱਲੋਂ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਗਿਆ, ਖਿਆਲ ਰੱਖੀਏ। ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਮਨ ਨੂੰ ਸੰਬੋਧਨ ਕਰਕੇ, ਤੇ ਮਨ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਕਹਿੰਦੇ ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ, ਦੂਜਾ ਅਵਰ ਨ ਕੋਏ। ਮਨ ਮੇਰੇ ਨਾਮ ਰਤੇ ਸੁਖ ਹੋਏ। ਹੇ ਮੇਰੇ ਮਨਾ, ਰੱਬ ਜੀ ਦੇ ਨਾਮ ਵਿੱਚ ਰਤਿਆਂ ਹੀ ਸੁਖ ਮਿਲਦਾ ਹੈ। ਰੱਬ ਜੀ ਦੇ ਨਾਮ ਵਿੱਚ ਰਤੇ ਜਾਣ ਉੱਤੇ ਹੀ ਸੁਖ ਮਿਲਦਾ ਹੈ। ਤੇ ਨਾਮ ਜਪਣਾ ਕਿਵੇਂ ਜਾਂ ਨਾਮ ਮਿਲੇਗਾ ਕਿਵੇਂ? ਸਤਿਗੁਰੂ ਕਹਿੰਦੇ ਗੁਰਮਤੀ ਨਾਮ ਸਲਾਹੀਐ। ਗੁਰੂ ਦੀ ਮੱਤ ਲੈ ਕੇ ਨਾਮ ਦੀ ਸ਼ਲਾਘਾ ਕਰ। ਮਤਲਬ ਰੱਬ ਜੀ ਦੀ ਸ਼ੋਭਾ ਨੂੰ, ਰੱਬ ਜੀ ਦੀ ਵਡਿਆਈ ਨੂੰ ਗਾ, ਗੁਰੂ ਕੀ ਮੱਤ ਲੈ ਕੇ ਗਾ। ਦੂਜਾ ਅਵਰ ਨ ਕੋਏ, ਇਹਦੇ ਤੋਂ ਬਿਨਾ ਕੋਈ ਦੂਜਾ ਤਰੀਕਾ ਨਹੀਂ ਹੈ। ਮਤਲਬ ਰੱਬ ਜੀ ਦੀ ਸ਼ੋਭਾ, ਰੱਬ ਜੀ ਦੀ ਵਡਿਆਈ ਗਾਉਣ ਦਾ ਤਰੀਕਾ ਇੱਕੋ ਹੀ ਹੈ, ਤੇ ਉਹ ਹੈ ਗੁਰੂ ਕੀ ਮੱਤ। ਗੁਰੂ ਕੀ ਮੱਤ ਅਨੁਸਾਰੀ ਚੱਲ ਪੈਣਾ, ਗੁਰੂ ਕੇ ਦਰਸਾਏ ਮਾਰਗ ਤੇ ਚੱਲ ਪੈਣਾ, ਜਾਂ ਗੁਰੂ ਕੀ ਦਿੱਤੀ ਸਿੱਖਿਆ ਤੇ ਚੱਲ ਕੇ ਰੱਬ ਜੀ ਦੀ ਸ਼ੋਭਾ ਨੂੰ, ਰੱਬ ਜੀ ਦੀ ਵਡਿਆਈ ਨੂੰ ਗਾਉਣਾ। ਇੱਕੋ ਇੱਕ ਤਰੀਕਾ ਹੈ ਉਸ ਪਰਮੇਸ਼ਵਰ ਜੀ ਦੇ ਨਾਮ ਦੀ ਸ਼ਲਾਘਾ ਦਾ, ਉਹਦੀ ਵਡਿਆਈ ਦਾ। ਕਿਉਂਕਿ ਜਿੱਥੇ ਸਾਡੀ ਆਪਣੀ ਮੱਤ ਆ ਜਾਏ, ਜਿੱਥੇ ਸਾਡੀ ਆਪਣੀ ਬੁੱਧੀ ਆ ਜਾਏ, ਉੱਥੇ ਚੇਤਾ ਰੱਖੀਏ ਉੱਥੇ ਰੱਬ ਜੀ ਦੀ ਸ਼ਲਾਘਾ ਨਹੀਂ, ਉੱਥੇ ਰੱਬ ਜੀ ਦੀ ਵਡਿਆਈ ਨਹੀਂ। ਉੱਥੇ ਸਾਡੀ ਮੱਤ, ਸਾਡੀ ਬੁੱਧੀ ਜਿਹੜੀ ਹੈ ਉਹ ਆਪਣੇ ਤੱਕ ਸੀਮਤ ਹੋਏਗੀ, ਔਰ ਇਹਦੇ ਯਤਨ ਹੋਣਗੇ ਕਿ ਮੈਂ ਆਪਣੀਆਂ ਹੀ ਸ਼ਲਾਘਾ ਕਰਾਂ ਜਾਂ ਮੇਰੀ ਆਪਣੀ ਵਡਿਆਈ ਹੋਵੇ, ਜਿੰਨਾ ਚਿਰ ਅਸੀਂ ਗੁਰੂ ਕੇ ਮੱਤ ਦੇ ਧਾਰਨੀ ਨਹੀਂ ਬਣ ਜਾਂਦੇ। ਸਤਿਗੁਰੂ ਜੀ ਨੇ ਜਦੋਂ ਬਾਣੀ ਵਿੱਚ ਜ਼ਿਕਰ ਕੀਤਾ ਤੇ ਮਾਲਕ ਜੀ ਨਾਮ ਦੀ ਬੜੀ ਮਹਿਮਾ ਕਰਦੇ ਨੇ, ਬੜੀ ਵਡਿਆਈ ਸਤਿਗੁਰੂ ਨਾਮ ਦੀ ਕਰਦੇ। ਜਦੋਂ ਸੁਖਮਨੀ ਸਾਹਿਬ ਪੜ੍ਹਦੇ ਆ, ਗੁਰੂ ਅਰਜਨ ਸਾਹਿਬ ਜੀ ਨੂੰ ਪੜ੍ਹਦੇ ਆ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਪਸ਼ਟ ਬੜੇ ਪਿਆਰੇ ਲਫ਼ਜ਼ ਵਰਤੇ।
ਜਦੋਂ ਪਹਿਲੀ ਅਸ਼ਟਪਦੀ ਵਿੱਚ ਜ਼ਿਕਰ ਕੀਤਾ ਮਾਲਕ ਜੀ ਨੇ ਤੇ ਆਖਦੇ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ। ਸਿਮਰੋਂ ਜਾਸ ਬਿਸੁੰਭਰ ਏਕੈ, ਨਾਮ ਜਪਤ ਅਗੰਤ ਅਨੇਕੈ। ਫਿਰ वेद पुराण सिमृत सुधाख्यर, कीने राम नाम एक आख्यर। किनका एक जिस जी बसावै, ताकि महिमा गनी ना आवे। कांखी एकै दर्श तुहारो, नानक उन संग मोहे उधारो। सुख मनी सुख अमृत प्रभ नाम, भगत जना कै मन विश्राम रहाऊ। प्रभ कै सिमरन गर्भ ना बसै, प्रभ कै सिमरन दुख जम नसै। प्रभ कै सिमरन काल पर हरै, प्रभ कै सिमरन दुश्मन टरै। प्रभ सिमरत कछ विघ्न ना लागै, प्रभ कै सिमरन अन दिन जागै। प्रभ कै सिमरन भौ ना व्यापै, प्रभ कै सिमरन दुख ना संतापै। प्रभ कै सिमरन काल पर हरै, प्रभ कै सिमरन दुश्मन टरै। सारी दी सारी वडियाई धन गुरु अर्जन साहब ने रब दे नाम दी कीती। पूरी अष्टपदी विच सतगुरु जी ने रब दे नाम दा जिक्र कीता, रब जी दी वडियाई दा जिक्र कीता। और साहिब जी अज मन नूं कह रहे, कहंदे मन मेरे नाम रते सुख। हुण इस तों वधीक सतगुरु जी की सानू जिहड़ा ओह प्रभाषित करन जां सानू मालक पातशाह की उपदेश देणगे भी तेरी हर जिंदगी दा पहलू रब दा आसरा है। जे तू चाहुंदा तेरी जिंदगी च सुख होवे, रब दा आसरा लै। तू चाहुंदा तेरी जिंदगी विच प्रभु परमेश्वर जी आनंद भर देण, ते ओहदा आसरा लै। जे तू चाहुंदा भी तेरे, चाहे आपां संसारक जीव आ, हुण आपां संसारक जीवां ने जदों सोचना उदों संसारक मत नाल सोचना। ते संसारक मत की है, साडे घर विच खुशियां होणियां चाहीदियां ने, साडे घर दे अंदर प्रसन्नता होनी चाहिदी है, साडी हर लोड़ पूरी होनी चाहिदी है, साडे घर विच कमी किसे गल दी ना होवे। ये चीज़ां संसारक सोच वालियां ने। ते साहिब कहंदे सज्जणा जे इदां दी मत भी रखदा ते ख्याल रख, एक परमेश्वर दा सिमरन ही है जिहड़ा तेरी जिंदगी च आ कुछ भी तैनूं देगा। तेरा सब नाल प्रेम होवे, तेरा सब नाल प्यार होवे, तेरी किसे नाल कोई वैर भावना ना होवे, किसे नाल कोई तेरा संबंध विगड़े ना, हर तरीके दे नाल। प्रभ कै सिमरन दुश्मन टरै, फिर तेनू मौत दा डर भी ना लगे। प्रभ कै सिमरन काल पर हरै, फिर तेनू कोई दुख ना संतापे। मालक कहंदे प्रभ कै सिमरन दुख ना संतापै, कुछ भी नहीं है। किते एक अकाल पुरख परमेश्वर दे नाम दा आसरा लैण दी जाच आ जाए, किते नाम दा सहारा लैण दी जाच आ जाए। सतगुरु जी एक बड़ा प्यारा बोल धन गुरु अमरदास पातशाह जी जिक्र करदे आखदे कि ख्याल रखिए असीं कि वह अकाल पुरख परमेश्वर जी हर प्रकार साडियां झोलियां भरन नूं तैयार ने, और हर प्रकार साडियां झोलियां भरदे भी ने। पर सानू अपनी झोली भरवाउण दी जाच आउणी चाहीदी है। ते धन गुरु अमरदास साहब कहंदे उस साहिब दे अगे कदे खड़ो के ते उस साहिब कोलों पुछ, साचे साहिबा क्या नाही घर तेरा। फिर अगों जवाब मिलता है, घर तां तेरा सब कुछ है, जिस देह सो पावे। पर वो मिलदा किनू है, सदा सिफत सलाह तेरी, नाम मन वसावे। नाम जिनके मन वसिया, वाजे शब्द कनेरे। कहे नानक सच्चे साहिब, क्या नाही घर तेरा। किते सानू कहना आ जाए, साचा नाम मेरा आधारो,
ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਕਿਤੇ ਨਾਮ ਦਾ ਆਸਰਾ ਲੈਣ ਦੀ ਜਾਚ ਤੇ ਆ ਜਾਏ, ਰੱਬ ਜੀ ਨੂੰ ਆਰਾਧਨ ਦਾ ਤਰੀਕਾ ਆ ਜਾਏ, ਰੱਬ ਜੀ ਨੂੰ ਜਪਣ ਦਾ ਕਿਤੇ ਢੰਗ ਆ ਜਾਏ। ਮੇਰੇ ਸਾਹਿਬ ਗੁਰਬਾਣੀ ਵਿੱਚ ਸਾਨੂੰ ਨਾਮ ਨਾਲ ਜੁੜਨ ਵਾਸਤੇ ਆਖਦੇ, ਉਹਦੀ ਸ਼ਲਾਘਾ ਕਰੀਏ, ਉਹਦੀ ਵਡਿਆਈ ਗਾਈਏ। ਨਿਤਾ ਪ੍ਰਤੀ ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਜਿਉਂਦੇ ਆ, ਹਰ ਬੰਦਾ ਕੋਸ਼ਿਸ਼ ਕਰਦਾ ਹੈ ਨਿਤਾ ਪ੍ਰਤੀ ਰੋਜ਼ ਜ਼ਿੰਦਗੀ ਦੇ ਦਿਨ ਦੀ ਨਵੀਂ ਸ਼ੁਰੂਆਤ ਕਰਨ ਦੀ। ਨਿਤਾ ਪ੍ਰਤੀ ਕੋਸ਼ਿਸ਼ ਕਰਦਾ ਵੀ ਜੋ ਕੱਲ ਬੀਤ ਚੁੱਕਿਆ ਸੀ ਉਹ ਬੀਤ ਗਿਆ, ਮੈਂ ਦੁਬਾਰਾ ਚੇਤੇ ਨਾ ਕਰਾਂ। ਅਗਲਾ ਦਿਨ ਆਇਆ ਤੇ ਮੇਰੇ ਲਈ ਨਵਾਂ ਦਿਨ ਹੈ, ਤੇ ਮੈਂ ਅੱਜ ਇਸ ਦਿਨ ਦੀ ਸ਼ੁਰੂਆਤ ਵੀ ਨਵੀਂ ਕਰਾਂ, ਚੰਗੀ ਕਰਾਂ। ਕੋਸ਼ਿਸ਼ ਕਰਦਾ ਹੈ ਮਨੁੱਖ, ਤੇ ਮਨੁੱਖ ਦੁਆਰਾ ਯਤਨ ਕਈ ਕੀਤੇ ਜਾਂਦੇ ਨੇ, ਕਈ ਢੰਗ ਵਰਤੇ ਜਾਂਦੇ, ਕਈ ਤਰੀਕੇ ਵਰਤੇ ਜਾਂਦੇ। ਸਤਿਗੁਰੂ ਕਹਿੰਦੇ ਵੀ ਤੂੰ ਜਿੱਥੇ ਸੰਸਾਰਕ ਜੀਵਨ ਦੇ ਦਿਨਾਂ ਦੀ ਆਰੰਭਤਾ ਲਈ ਯਤਨ ਕਰਦਾ ਫਿਰਦਾ, ਢੰਗ ਵਰਤਦਾ ਫਿਰਦਾ, ਤਰੀਕੇ ਵਰਤਦਾ, ਆਪਣੀ ਜ਼ੁਬਾਨ ਨਾਲ ਬਹੁਤ ਕੁਝ ਆਖਦਾ, ਬੋਲਦਾ, ਕਦੇ ਦਿਨ ਦੀ ਸ਼ੁਰੂਆਤ ਰੱਬ ਦੇ ਆਸਰੇ ਤੋਂ ਵੀ ਕਰਕੇ ਵੇਖ। ਜ਼ੁਬਾਨ ਨੇ ਤੇਰੀ ਨੇ ਬੋਲਣਾ, ਇਹਦਾ ਕਰਮ ਹੈ ਬੋਲਣਾ, ਤੇ ਕਿਤੇ ਇਹਦੇ ਨਾਲ ਉਹਦੇ ਨਾਮ ਨੂੰ ਬੋਲ ਕੇ ਵੇਖ। ਕਿਤੇ ਇਸ ਰਸਨਾ ਦੇ ਨਾਲ ਉਹਦੇ ਨਾਮ ਨੂੰ ਐਨਰਜੀ ਤੇ ਤੇਰੀ ਉਦਾਂ ਵੀ ਤੂੰ ਖਰਚੇਂਗਾ, ਵੇਸਟ ਕਰੇਂਗਾ। ਤੇ ਜੇ ਤੇਰੀ ਊਰਜਾ ਵਰਤੀ ਹੋਈ ਤੇਰੇ ਲਾਹੇ ਵਿੱਚ ਪੈ ਜਾਏ, ਤੈਨੂੰ ਹੋਰ ਕੀ ਚਾਹੀਦਾ। ਕਈ ਯਾਰ ਮਨੁੱਖ ਐਸਾ ਕਰਮ ਕਰਦਾ ਤੇ ਜਦੋਂ ਨਤੀਜਾ ਨਾ ਨਿਕਲੇ ਕੋਈ, ਤੇ ਅਕਸਰ ਨਿਰਾਸ਼ ਹੋਇਆ ਬੰਦਾ ਕਹਿ ਦਿੰਦਾ ਵੀ ਸਾਰੀ એનર્ਜੀ ਵੇਸਟ ਹੋ ਗਈ, ਸਾਰਾ ਕੁਝ ਬਰਬਾਦ ਹੋ ਗਿਆ। ਜਿੰਨਾ ਸਮਾਂ ਖਰਚਿਆ ਸੀ ਉਹ ਸਮਾਂ ਵੀ ਵੇਸਟ ਹੋ ਗਿਆ, ਜਿੰਨੀ ਬਾਡੀ ਦੀ એનર્ਜੀ ਯੂਜ਼ ਕੀਤੀ ਸੀ ਉਹ એનર્ਜੀ ਵੀ ਵੇਸਟ ਹੋ ਗਈ, ਮਿਲਿਆ ਕੁਝ ਵੀ ਨਹੀਂ। ਤੇ ਜੇ ਉਹੀ ਕੀਤੇ ਹੋਏ ਕਰਮ ਦਾ ਕੋਈ ਫਲ ਮਿਲ ਜਾਏ, ਫਿਰ ਬੰਦਾ ਕਹਿੰਦਾ ਵੀ ਆਪਣਾ ਕੀਤਾ ਯਤਨ ਸਫਲ ਹੋ ਗਿਆ, ਆਪਣਾ ਕੀਤਾ ਹੋਇਆ ਜਿੰਨੀ ਆਪਾਂ ਸਮਾਂ ਲਾਇਆ ਸੀ, ਮੇਰਾ ਲਾਇਆ ਸਮਾਂ ਸਫਲ ਹੋ ਗਿਆ, ਮੈਨੂੰ ਆਹ ਫਲ ਮਿਲ ਗਿਆ। ਤੇ ਸਤਿਗੁਰੂ ਕਹਿੰਦੇ ਸਰੀਰਕ એનર્ਜੀ ਖਰਚ ਤੇ ਤੂੰ ਕਰ ਹੀ ਰਿਹਾ, ਪਰ ਕਿਤੇ ਰੱਬ ਜੀ ਦੇ ਨਾਮ ਦੇ ਵਿੱਚ ਰੱਬ ਜੀ ਨੂੰ ਚੇਤੇ ਕਰਦਾ ਵੀ ਆਪਣੀ ਸਰੀਰਕ એનર્ਜੀ ਨੂੰ ਖਰਚ ਕਰ, ਰੱਬ ਦੇ ਨਾਮ ਨੂੰ ਜਪ, ਔਰ ਮਨ ਨੂੰ ਸੰਬੋਧਨ ਕਰਕੇ ਅੱਜ ਆਖਿਆ। ਫਿਰ ਇਹ ਨਹੀਂ ਵੀ ਮਨ ਨੂੰ ਕਿਹਾ ਵੀ ਮਨਾ ਜਿਵੇਂ ਤੇਰਾ ਜੀ ਕਰੇ ਉਵੇਂ ਕਰਦਾ, ਫਿਰ ਨਹੀਂ। ਕਹਿੰਦੇ ਵੀ ਜੇ ਤੂੰ ਜਪਣਾ ਚਾਹੁੰਦਾ ਤੇ ਫਿਰ ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਤੂੰ ਜਿਵੇਂ ਤੈਨੂੰ ਲੋਕ ਕਹਿਣਗੇ ਉਵੇਂ ਕਰ ਲਾ, ਜਿਵੇਂ ਤੈਨੂੰ ਸੰਸਾਰ ਵਿਖੇਗਾ ਤੂੰ ਸੰਸਾਰ ਨੂੰ ਕਰਦੇ ਆ ਉਵੇਂ ਕਰ ਲਾ। ਕਹਿੰਦੇ ਨਹੀਂ, ਤੂੰ ਉਵੇਂ ਕਰ ਜਿਵੇਂ ਤੈਨੂੰ ਗੁਰੂ ਮੱਤ ਦਿੰਦਾ ਹੈ, ਜਿਵੇਂ ਤੈਨੂੰ ਗੁਰੂ ਜੀ ਮੱਤ ਦੇਣ। ਕਿਉਂਕਿ ਸੰਸਾਰ ਨੇ ਮੱਤ ਦੇਣ ਲੱਗਿਆ ਕਈ ਤਰ੍ਹਾਂ ਦੀਆਂ ਮੱਤਾਂ ਦੇਣੀਆਂ। ਨਾਮ ਇਦਾਂ ਨਹੀਂ ਜੀ, ਇਦਾਂ ਜਪਣਾ ਚਾਹੀਦਾ, ਨਾਮ ਜਪਣ ਲੱਗਿਆ ਆਹ ਤਰੀਕਾ ਆਹ ਢੰਗ ਵਰਤਣਾ ਚਾਹੀਦਾ, ਨਾਮ ਜਪਣ ਲੱਗਿਆ ਸਾਨੂੰ ਇਸ ਤਰੀਕੇ ਨਾਮ ਜਪਣਾ ਚਾਹੀਦਾ। ਉਹ ਸੰਸਾਰਕ ਮੱਤਾਂ ਨੇ, ਉਹ ਸਾਰੀਆਂ ਛੱਡ ਦੇ। ਗੁਰਮਤੀ ਨਾਮ ਸਲਾਹੀ ਹੈ, ਸ਼ਲਾਘਾ ਨਾਮ ਦੀ ਹੀ ਕਰਨੀ ਹੈ, ਪਰ ਕੋਸ਼ਿਸ਼ ਕਰੀ ਗੁਰੂ ਕੀ ਮੱਤ ਲੈ ਕੇ ਕਰੇ। ਗੁਰੂ ਕੀ ਮੱਤ ਤੈਨੂੰ ਪਰਮਾਏਗੀ ਨਹੀਂ, ਸੰਸਾਰ ਪਰਮਾਏਗਾ। ਗੁਰੂ ਕੀ ਮੱਤ ਭਟਕਣਾ ਵਿੱਚ ਨਹੀਂ ਪਾਏਗੀ, ਸੰਸਾਰ ਤੇਰੀ ਭਟਕਣਾ ਨੂੰ ਵਧਾਏਗੀ।
ਗੁਰੂ ਕੀ ਮੱਤ ਤੇਰੇ ਜੀਵਨ ਵਿੱਚੋਂ ਭਰਮ ਖਤਮ ਕਰੇਗੀ, ਸੰਸਾਰ ਤੇਰੀ ਜ਼ਿੰਦਗੀ 'ਚ ਭਰਮ ਪੈਦਾ ਕਰੇਗੀ। ਸੰਸਾਰਕ ਮੱਤ ਨੇ ਕੀ ਕਰਨਾ? ਭਰਮ ਪੈਦਾ ਕਰਨਾ। ਤੇ ਗੁਰੂ ਕੀ ਮੱਤ ਕੀ ਕਰੇਗੀ? ਭਰਮ ਕੱਟੇਗੀ। ਸੰਸਾਰ ਦੀ ਮੱਤ ਨੇ ਕਹਿਣਾ ਨਾਮ ਜਪਣ ਵਾਸਤੇ ਆ ਤਰੀਕਾ ਵਰਤਣਾ ਚਾਹੀਦਾ, ਤੇ ਗੁਰੂ ਨੇ ਕੀ ਆਖਣਾ? ਨਾਮ ਜਪਣ ਵਾਸਤੇ ਜਦੋਂ ਗੁਰੂ ਨੇ ਤਰੀਕੇ ਦੀ ਬਾਤ ਕਰਨੀ, ਸਤਿਗੁਰੂ ਨੇ ਜਦੋਂ ਸਿੱਖਿਆ ਦੇਣੀ, ਤੇ ਉਦੋਂ ਮਾਲਕ ਨੇ ਸਰੀਰ ਨੂੰ ਇੱਕ ਪਾਸੇ ਰੱਖ ਦੇਣਾ। ਸੰਸਾਰ ਕੀ ਕਹੇਗਾ? ਬੈਠੋ ਜੀ, ਨਾਮ ਜਪਣ ਲੱਗਿਆਂ ਤੁਹਾਨੂੰ ਬੈਠਣਾ ਚਾਹੀਦਾ ਹੈ, ਸਮਾਂ ਕੱਢ ਕੇ ਬੈਠਣਾ ਚਾਹੀਦਾ ਹੈ, ਸਮਾਂ ਕੱਢ ਕੇ ਬੈਠਾਂਗੇ, ਉਹਦੀ ਆਰਾਧਨਾ ਕਰਾਂਗੇ, ਫਿਰ ਕਿਤੇ ਜਾ ਕੇ ਉਹਦਾ ਨਾਮ ਜਪਿਆ ਜਾਏਗਾ। ਸੰਸਾਰ ਇਦਾਂ ਦੀਆਂ ਮੱਤਾਂ ਦੇਗਾ। ਤੇ ਗੁਰੂ ਨੇ ਕੀ ਆਖਣਾ? ਤੂੰ ਕਾਰਜ ਕਰਦਾ ਰਹੋ, ਕਿਰਤ ਵੀ ਕਰਦਾ ਰਹੋ, ਤੈਨੂੰ ਤੇਰੀ ਕਿਰਤ ਤੋਂ ਰੋਕਿਆ ਨਹੀਂ, ਤੈਨੂੰ ਤੇਰੀ ਕਿਰਤ ਤੋਂ ਵਰਜਿਆ ਨਹੀਂ। ਬਸ ਇਉਂ ਕਰ, ਆਪਣਾ ਚਿੱਤ ਉਸ ਨਿਰੰਕਾਰ ਨਾਲ ਜੋੜ ਕੇ ਰੱਖੀ, ਇਹ ਤੇਰੇ ਨਾਮ ਦੀ ਸ਼ਲਾਘਾ ਹੋਏਗੀ। ਰੱਬ ਜੀ ਦੇ ਨਾਮ ਦੀ ਸ਼ਲਾਘਾ ਤੇਰੇ ਵੱਲੋਂ ਹੋਏਗੀ ਜਦੋਂ ਤੂੰ ਆਪਣੇ ਚਿੱਤ ਨੂੰ ਉਸ ਹਰੀ ਨਾਲ ਜੋੜ ਕੇ ਤੇ ਆਪਣਾ ਕਾਰ ਵਿਹਾਰ ਵੀ ਕਰੀ ਜਾਂਦਾ। ਗੁਰੂ ਇਦਾਂ ਦੀ ਮੱਤ ਦੇਣਗੇ। ਗੁਰੂ ਨੇ ਮਖੱਟੂ ਥੋੜੀ ਕਰਨਾ। ਸੰਸਾਰ ਮਖੱਟੂ ਕਰਨ ਵਾਲੇ ਪਾਸੇ ਤੁਰ ਪੈਂਦਾ ਹੈ, ਔਰ ਸੰਸਾਰ ਦੀਆਂ ਨਜ਼ਰਾਂ 'ਚ ਸੱਚਮੁੱਚ ਸੰਸਾਰ ਨਾਮ ਜਪਣ ਵਾਲਾ ਮੰਨਦਾ ਹੀ ਉਹਨੂੰ ਹੈ ਵੀ ਜਿਹੜਾ ਵਿਹਲਾ ਹੋ ਕੇ ਤੇ ਆਪ ਬਾਣਾ ਜਿਹੜਾ ਉਹਨੇ ਵਸਤਰ ਵੀ ਮੈਲੇ ਕੁਚੈਲੇ ਜੇ ਪਾਏ ਹੋਣ ਤੇ ਸੰਸਾਰ ਤੋਂ ਵੱਖਰਾ ਹੋ ਕੇ ਬੈਠਾ ਹੋਵੇ, ਤੇ ਸੰਸਾਰ ਦੀ ਉਹਨੂੰ ਨਾ ਸੁੱਧ ਤੇ ਨਾ ਬੁੱਧ ਕੁਝ ਵੀ ਨਾ ਹੋਵੇ। ਦੁਨੀਆ ਕਹਿੰਦੀ ਰੱਬ ਨਾਲ ਜੁੜਿਆ। ਦੁਨੀਆ ਇਹੋ ਆਖਦੀ ਵੀ ਇਹ ਰੱਬ ਨਾਲ ਜੁੜਿਆ, ਕਿਉਂਕਿ ਸੰਸਾਰ ਦੀ ਸੁੱਧ ਬੁੱਧ ਨਹੀਂ। ਤੇ ਦੂਜੇ ਪਾਸੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹੋ, ਭਾਈ ਗੁਰਦਾਸ ਜੀ ਨੂੰ ਪੜ੍ਹੋ, ਤੇ ਜਦੋਂ ਉਹ ਜ਼ਿਕਰ ਕਰਦੇ ਉਹ ਕਹਿੰਦੇ ਵੀ ਮੈਂ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਜੁੜਿਆ, ਜਿਸ ਦਿਨ ਦਾ ਉਹਦੇ ਨਾਲ ਜੁੜਿਆ ਹਾਂ, ਆਪਣੀ ਮਤ ਗੁਰੂ ਅੱਗੇ ਸਮਰਪਿਤ ਕੀਤੀ ਹੈ, ਉਸ ਦਿਨ ਤੋਂ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਸ ਦਿਨ ਤੋਂ ਮੇਰੇ ਕੋਲ ਕੋਈ ਮਤ ਰਹੀ ਨਹੀਂ, ਕਿਉਂਕਿ ਮੈਂ ਗੁਰੂ ਕੀ ਮਤ ਦਾ ਧਾਰਨੀ ਬਣਿਆ। ਜਦੋਂ ਗੁਰੂ ਕੀ ਮਤ ਆ ਗਈ, ਆਪਣੀ ਮਤ ਚਲੀ ਗਈ, ਫਿਰ ਨਾਮ ਸਲਾਹੀ ਹੈ, ਨਾਮ ਦੀ ਸ਼ਲਾਘਾ। ਦੂਜਾ ਅਵਰ ਨਾ ਕੋਈ, ਕਹਿੰਦੇ ਹੋਰ ਕੋਈ ਦੂਜਾ ਤਰੀਕਾ ਨਹੀਂ ਉਸ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਵਡਿਆਈ ਨੂੰ ਗਾਵਣ ਦਾ। ਹਰਿ ਜੀ ਸੱਚਾ ਸੱਚ ਤੂੰ, ਸਭ ਕਿਛ ਤੇਰੇ ਚੀਰੈ, ਲੱਖ 84 ਤਰਸਦੇ ਫਿਰੈ, ਬਿਨ ਗੁਰ ਭੇਟੇ ਪੀਰੈ, ਹਰਿ ਜੀਉ ਬਖਸ਼ੇ ਬਖਸ਼ ਲੈ, ਸੁਖ ਸਦਾ ਸਰੀਰੈ, ਗੁਰ ਪ੍ਰਸਾਦੀ ਸੇਵ ਕਰੀ, ਸੱਚ ਗਹਿਰ ਗੰਭੀਰੈ। ਸਤਿਗੁਰੂ ਜੀ ਨੇ ਸ਼ਬਦ ਦੀ ਆਰੰਭਤਾ ਕੀਤੀ। ਪਹਿਲੇ ਪਦੇ ਵਿੱਚ ਮਾਲਕ ਜੀ ਨੇ ਜ਼ਿਕਰ ਕੀਤਾ, ਹਰ ਜੀ ਸੱਚਾ ਸੱਚ ਤੂੰ, ਸਭ ਕੁਛ ਤੇਰਾ ਚੀਰ ਹੈ। ਚੀਰਾ ਲਫ਼ਜ਼ ਵਰਤਿਆ ਜਾਂਦਾ ਫਾਰਸੀ ਭਾਸ਼ਾ 'ਚ, ਜਿਹਦਾ ਮਤਲਬ ਹੁੰਦਾ ਪੱਲਾ। ਰੱਬ ਜੀ ਤੁਸੀਂ ਸੱਚ ਹੋ, ਹਰ ਜੀ ਸੱਚਾ ਸੱਚ ਤੂੰ, ਤੁਸੀਂ ਸਦੀਵ ਰਹਿਣ ਵਾਲੇ ਹੋ, ਤੁਸੀਂ ਸਦੀਵ ਰਹਿੰਦੇ ਹੋ ਤੇ ਸਦੀਵ ਰਹਿਣ ਵਾਲੇ ਹੋ। ਜਿਹਨੂੰ ਗੁਰੂ ਨਾਨਕ ਸਾਹਿਬ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਆਖਦੇ, ਉਹ ਪਰਮੇਸ਼ਵਰ ਹੈ। ਉਹ ਸ਼ੁਰੂ ਤੋਂ ਸੱਚ ਸੀ, ਯੁੱਗਾਂ ਦੇ ਸ਼ੁਰੂ ਤੋਂ ਸੱਚ ਸੀ, ਹੈ, ਅੱਜ ਵੀ ਸੱਚ ਹੈ ਉਹ, ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗਾ। ਹਰ ਜੀ ਸੱਚਾ ਸੱਚ ਤੂੰ। ਫਿਰ ਆਖਿਆ ਸਭ ਕੁਛ ਤੇਰਾ ਚੀਰੈ। ਚੀਰੈ ਮਤਲਬ ਪੱਲੇ ਤੇਰੇ
ਵਸ ਵਿੱਚ ਹੈ, ਸਾਰਾ ਕੁਝ ਤੇਰੇ ਹੱਦਬੰਦੀ ਵਿੱਚ ਹੈ, ਤੂੰ ਜਿਵੇਂ ਚਲਾਈ ਉਵੇਂ ਸੰਸਾਰ ਚੱਲਦਾ ਹੈ। ਸਮਾਜ ਨੇ ਜਦੋਂ ਜ਼ਿਕਰ ਕੀਤਾ ਤੇ ਉਦੋਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਦੁਨੀਆ ਆਖ ਰਹੀ ਹੈ, ਜਾਂ ਦੁਨੀਆ ਦੀ ਸੋਚ ਤੇ ਦੁਨੀਆ ਮੰਨਦੀ ਹੈ, ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਨ। ਆਦੇਸ ਤਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇ। ਹੈ ਤੇ ਸਾਰਾ ਕੁਝ ਉਹਦੇ ਪੱਲੇ ਵਿੱਚ ਹੀ ਹੈ ਨਾ, ਉਹਦੇ ਵਸ ਵਿੱਚ ਹੈ, ਉਹਦੇ ਵਸ ਤੋਂ ਬਾਹਰ ਤੇ ਕੁਝ ਵੀ ਨਹੀਂ ਹੈ। ਸੰਸਾਰ ਦੀ ਸੋਚ ਆਖਦੀ ਸੀ ਕਿ ਸੰਸਾਰ ਨੂੰ ਚਲਾਉਣ ਲਈ ਤਿੰਨ ਸ਼ਖਸੀਅਤਾਂ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਦੁਨੀਆ ਦੇ ਲੋਕੋ ਤਿੰਨ ਸ਼ਖਸੀਅਤਾਂ ਵੀ ਮੰਨਦੇ ਹੋ ਤੇ ਉਹਨਾਂ ਤਿੰਨਾਂ ਨੂੰ ਵੀ ਚਲਾਉਣ ਵਾਲਾ ਤੇ ਕੋਈ ਬੈਠਾ ਨਾ। ਜੇ ਇੱਕ ਨੂੰ ਤੁਸੀਂ ਪੈਦਾ ਕਰਨ ਵਾਲਾ ਕਹਿ ਰਹੇ ਹੋ, ਇੱਕ ਨੂੰ ਤੁਸੀਂ ਪਾਲਣਹਾਰ ਕਹਿ ਰਹੇ ਹੋ, ਇੱਕ ਨੂੰ ਤੁਸੀਂ ਸੰਘਾਰ ਕਰਨ ਵਾਲਾ ਮਾਰਨ ਵਾਲਾ ਕਹਿ ਰਹੇ ਹੋ, ਤੇ ਉਹਨਾਂ ਤਿੰਨਾਂ ਨੂੰ ਚਲਾਉਣ ਵਾਲਾ ਕੌਣ ਹੈ? ਉਹਨਾਂ ਤਿੰਨਾਂ ਦੇ ਉੱਤੇ ਵੀ ਚਲਾਉਣ ਵਾਲਾ ਕੋਈ ਬੈਠਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਉਸ ਚਲਾਉਣ ਵਾਲੇ ਨਾਲ, ਜਿਹੜਾ ਉਹਨਾਂ ਤਿੰਨਾਂ ਨੂੰ ਚਲਾਉਣ ਵਾਲਾ ਨਾ, ਸਾਡਾ ਸੰਬੰਧ ਉਹਦੇ ਨਾਲ ਹੈ, ਸਾਡਾ ਪਿਆਰ ਉਹਦੇ ਨਾਲ ਹੈ। ਤੁਸੀਂ ਸੰਸਾਰ ਦੇ ਲੋਕਾਂ ਦੀ ਸੋਚ ਜਾਂ ਫਿਤਰਤ ਜਿਵੇਂ ਵੀ ਸੀ, ਮਾਲਕ ਕਹਿੰਦੇ ਭਾਈ ਜੇ ਤੁਸੀਂ ਮੰਨਦੇ ਹੋ ਕਿ ਧਰਤੀ ਜਿਹੜੀ ਹੈ ਉਹ ਪ੍ਰਸੂਤੀ ਗਈ ਕਿਸੇ ਜੁਗਤੀ ਦੇ ਨਾਲ, ਤੇ ਉਹਦੀ ਕੁੱਖ ਦੇ ਵਿੱਚੋਂ ਤਿੰਨ ਬਾਲਕ ਜਿਹੜੇ ਉਹ ਜਨਮ ਲੈ ਰਹੇ ਨੇ, ਤੇ ਉਹਨਾਂ ਚੋਂ ਇੱਕ ਸੰਸਾਰੀ ਹੈ, ਇੱਕ ਭੰਡਾਰੀ ਹੈ, ਇੱਕ ਦੀਵਾਨ ਲਾਉਣ ਵਾਲਾ ਹੈ, ਤੇ ਮਾਲਕ ਕਹਿੰਦੇ ਇਹ ਵੀ ਖਿਆਲ ਰੱਖੀਏ, ਉਹ ਵੇਖੈ ਉਹਨਾਂ ਨਦਰ ਨਾ ਆਵੇ, ਬਹੁਤਾ ਇਹ ਵਿਡਾਨ। ਉਹ ਬੈਠਾ ਹੋ ਤੇ ਉਹ ਬੈਠ ਕੇ ਕੀ ਕਰ ਰਿਹਾ ਵੇਖ ਰਿਹਾ ਉਹ। ਤੇ ਜਦੋਂ ਉਹ ਵੇਖਦਾ ਨਾ, ਦੂਜੇ ਪਾਸੇ ਉਹਨਾਂ ਨਜ਼ਰ ਨਾ ਆਵੇ, ਉਹਨਾਂ ਤਿੰਨਾਂ ਨੂੰ ਅਜੇ ਤੱਕ ਨਹੀਂ ਦੱਸਿਆ ਉਹ। ਤੇ ਕੀ ਹੈ ਇਹ ਬਹੁਤਾ ਇਹ ਵਿਡਾਨ? ਵਿਡਾਨ ਕਿਹਾ ਜਾਂਦਾ ਅਚਰਜ ਭਰੇ ਕੌਤਕ ਨੂੰ। ਕਹਿੰਦੇ ਬੜਾ ਹੈਰਾਨੀਜਨਕ ਕੌਤਕ ਹੈ। ਇਸ ਲਈ ਸਾਡੀ ਨਮਸਕਾਰ ਕਿਹਦੇ ਅੱਗੇ ਹੈ? ਆਦੇਸ ਤਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਿਹੜਾ ਜੁਗਾਂ ਜੁਗਾਂਤਰਾਂ ਤੋਂ ਇੱਕੋ ਰੂਪ ਦਾ ਹੀ ਹੈ। ਸਾਡੀ ਨਮਸਕਾਰ ਉਹਦੇ ਚਰਨਾਂ ਤੇ ਹੈ। ਹਰ ਜੀ ਸੱਚਾ ਸੱਚ ਤੂੰ, ਸਭ ਕਿਛ ਤੇਰਾ ਚੀਰੈ, ਫਿਰ ਲੱਖ 84 ਤਰਸ ਦੇ ਫਿਰੇ। ਬਿਨ ਗੁਰ ਭੇਟੇ ਪੀਰੇ। ਕਹਿੰਦੇ ਵੀ 84 ਲੱਖ ਜੂਨਾਂ ਜਿਹੜੀਆਂ ਸਮਾਜ ਵਿੱਚ ਮੰਨੀਆਂ ਜਾਂਦੀਆਂ, ਅਕਸਰ ਨਾ ਜਦੋਂ 84 ਲੱਖ ਜੂਨਾਂ ਦੀ ਜ਼ਿਕਰ ਕਰਦੇ ਆ ਤੇ ਮਨੁੱਖ ਹੈ ਇੱਕ, ਜਿਹਨੂੰ ਗੁਰਬਾਣੀ ਦੇ ਅੰਦਰ ਵੀ 84 ਲੱਖ ਜੂਨਾਂ ਦਾ ਸਰਦਾਰ ਕਹਿ ਕੇ ਸੰਬੋਧਨ ਕੀਤਾ ਗਿਆ। ਇਹ ਸਾਰਿਆਂ ਦਾ ਸਰਦਾਰ ਹੈ, ਕਿਉਂਕਿ ਇਹਦੇ ਕੋਲ ਮਤ ਹੈ, ਇਹਦੇ ਕੋਲ ਬੁੱਧੀ ਹੈ। ਇਹ ਕਿਸੇ ਵੀ ਜੀਵ ਨੂੰ ਆਪਣੇ ਅਧੀਨ ਕਰ ਸਕਦਾ, ਮਤ ਨਾਲ, ਦਿਮਾਗ ਨਾਲ, ਆਪਣੇ ਚਿੰਤਨ ਨਾਲ, ਕਿਸੇ ਵੀ ਜੀਵ ਨੂੰ। ਜਿਹਨੂੰ ਸਤਿਗੁਰੂ ਬਾਣੀ 'ਚ ਕਹਿ ਦਿੰਦੇ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਪਨਿਹਾਰੀ ਮਤਲਬ ਪਾਣੀ ਭਰਨ ਵਾਲੀਆਂ, ਬਾਕੀ ਜੂਨਾਂ ਤੇ ਇਹਦੀਆਂ ਪਾਣੀ ਭਰਦੀਆਂ ਨੇ। ਇਹਦੀ ਸਰਦਾਰੀ ਹੈ, ਇਹ ਸਿੱਖਦਾਰ ਬਣ ਕੇ ਬੈਠਾ। ਪਰ ਇਹ ਸਿੱਖਦਾਰ ਉਦੋਂ ਹੈ ਜਦੋਂ ਇਹਦੇ ਕੋਲ ਸਿੱਖਦਾਰੀ ਹੈ, ਸਿੱਖਦਾਰੀ ਕਰਨ ਦਾ ਇਹਦੇ ਕੋਲ ਤਰੀਕਾ ਤੇ ਢੰਗ ਹੈ। ਜਿੰਨਾ ਚਿਰ ਇਹਦੇ ਕੋਲ ਸਿੱਖਦਾਰੀ ਕਰਨ ਦਾ ਤਰੀਕਾ ਨਹੀਂ, ਉਹਨਾਂ ਚਿਰ ਸਿੱਖਦਾਰ ਵੀ ਨਹੀਂ। ਤੇ ਸਿੱਖਦਾਰੀ ਕਦੋਂ ਹੈ? ਜਦੋਂ ਇਹ ਆਪਣੀ ਮੱਤ ਦੇ ਨਾਲ ਮਨੁੱਖ ਹੋਣ ਦਾ ਦਾਅਵਾ ਪ੍ਰਗਟਾਏ, ਇਹਦੇ ਗੁਣ ਇਹਦੇ ਜੀਵਨ ਵਿੱਚੋਂ ਨਜ਼ਰ ਆਵੇ ਕਿ ਵਾਕਈ ਮਨੁੱਖ ਹੈ, ਉਦੋਂ ਫਿਰ ਕਿਤੇ ਜਾ ਕੇ ਇਹ ਸਿੱਖਦਾਰ ਬਣਦਾ।
ਮਨੁੱਖ ਨੂੰ ਬਾਰ-ਬਾਰ ਪ੍ਰੇਰਿਤ ਕਰਕੇ ਸਿੱਖਿਆ ਦੇ ਕੇ ਕਹਿਣਾ ਪਿਆ ਰੱਬ ਨੂੰ ਜਪ, ਰੱਬ ਨੂੰ ਜਪ, ਰੱਬ ਨਾਲ ਜੁੜ, ਰੱਬ ਨਾਲ ਜੁੜ, ਨਹੀਂ ਜੁੜਿਆ ਏ। ਜਾਨਵਰਾਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਪੇੜ ਪੌਦਿਆਂ ਨੂੰ, ਬਨਸਪਤੀ ਨੂੰ ਰੱਬ ਦੀਆਂ ਬਣਾਈਆਂ ਸਾਰੀਆਂ ਕੁਦਰਤੀ ਦਾਤਾਂ ਕਿਹਨੂੰ ਜਾ ਕੇ ਅਸੀਂ ਕਹਿੰਦੇ ਆ ਕਿ ਤੁਸੀਂ ਰੱਬ ਰੱਬ ਕਰਿਆ ਕਰੋ? ਆਖਿਆ ਕਦੇ ਕਿਸੇ ਨੂੰ? ਕਿਸੇ ਨੂੰ ਨਹੀਂ ਕਿਹਾ। ਇੱਕ ਮਨੁੱਖ ਹੀ ਹੈ ਜਿਹਨੂੰ ਬਾਰ-ਬਾਰ ਆ ਕੇ ਚੇਤੇ ਕਰਾਉਣਾ ਪਿਆ ਕਿ ਮਨੁੱਖਾ ਤੂੰ ਰੱਬ ਚੇਤੇ ਕਰਨ ਵਾਸਤੇ ਆਇਆ। ਤੇ ਬਾਕੀ ਜੂਨਾਂ ਦਾ ਸਾਨੂੰ, ਜੇ ਅਸੀਂ ਹੁਣ ਇਹ ਕਹੀਏ ਜੀ ਉਹ ਜੂਨਾਂ ਜਪਦੀਆਂ ਨੇ, ਨਹੀਂ, ਹੁਣ ਅਸੀਂ ਇਸ ਗੱਲ ਦਾ ਪ੍ਰਗਟਾਵਾ ਦਾਵਾ ਨਹੀਂ ਕਰ ਸਕਦੇ। ਹੋ ਸਕਦਾ ਉਹਨਾਂ ਦੀ ਜਿਹੜੀ ਚਹਿਚਹਾਹਟ ਹੈ ਉਹ ਰੱਬ ਨੂੰ ਹੀ ਜਪ ਰਹੇ ਹੋਣ। ਉਹ ਸਾਡੇ ਵਰਗੀ ਆਵਾਜ਼ ਨਹੀਂ, ਤੇ ਅਸੀਂ ਇਹ ਥੋੜੀ ਕਹਿ ਸਕਦੇ ਹਾਂ ਵੀ ਹੁਣ ਉਹ ਰੱਬ ਨਹੀਂ ਜਪ ਰਹੇ। ਸਗੋਂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ, ਮਾਲਕ ਕਹਿੰਦੇ ਪੌਣ ਵੀ ਗਾਉਂਦੀ, ਪਾਣੀ ਵੀ ਗਾਉਂਦਾ, ਹਵਾ, ਅੱਗ ਵੀ ਗਾ ਰਹੀ ਹੈ, ਧਰਤੀ ਵੀ ਗਾ ਰਹੀ, ਆਕਾਸ਼ ਵੀ ਗਾ ਰਿਹਾ, ਸੂਰਜ ਵੀ ਗਾ ਰਿਹਾ, ਚੰਦਰਮਾ ਵੀ, ਹਰ ਜੀਵ ਗਾ ਰਿਹਾ। ਇਹਦਾ ਮਤਲਬ ਮਨੁੱਖ ਹੀ ਹੈ ਜਿਹਨੂੰ ਗਾਉਣ ਵਾਸਤੇ ਆਖਿਆ ਗਿਆ ਵੀ ਤੂੰ ਗਾਲਾ, ਬਾਕੀ ਤੇ ਗਾ ਰਹੇ ਨੇ। ਗੁਰੂ ਨਾਨਕ ਸਾਹਿਬ ਨੂੰ ਪੜੋ, ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਬੰਧਨ ਬੰਦ ਭਵਾਏ ਸੋਏ, ਪਿਆ ਕਿਰਤ ਨਚੈ ਸਭ ਕੋਏ, ਨਚ ਨਚ ਹੱਸੈ ਚੱਲੈ ਸਿਰ ਰੋਏ, ਉੱਡ ਨਾ ਜਾਈ ਸਿੱਧ ਨਾ ਹੋਏ। ਹੁਣ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਰਜ਼ਾ ਦੇ ਅੰਦਰ ਹਰ ਚੀਜ਼ ਬੈਠੀ ਉਹਦੀ ਰਜ਼ਾ ਵਿੱਚ ਹੈ। ਪਵਨ ਉਹਦੀ ਰਜ਼ਾ ਵਿੱਚ ਹੈ, ਅੱਗ ਉਹਦੀ ਰਜ਼ਾ, ਉਹ ਰਜ਼ਾ ਵਿੱਚ ਚੱਲਣਾ ਹੀ ਕੀ ਹੈ? ਉਹਨਾਂ ਦੀ ਬੰਦਗੀ। ਜੇ ਅਸੀਂ ਪਵਨ ਦੀ ਬੰਦਗੀ ਦਾ ਜ਼ਿਕਰ ਕਰਾਂਗੇ ਤੇ ਪਵਨ ਦੀ ਬੰਦਗੀ ਕੀ ਹੈ? ਉਹ ਰੱਬ ਜੀ ਦੀ ਰਜ਼ਾ ਅਨੁਸਾਰੀ ਹੈ। ਹਵਾ ਨੇ ਕਦੇ ਰੱਬ ਨਾਲ ਗਿਲਾ ਨਹੀਂ ਕੀਤਾ ਵੀ ਰੱਬਾ ਤੂੰ ਮੈਨੂੰ ਚਲਾਉਂਦਾ ਨਹੀਂ, ਜਾਂ ਹਵਾ ਨੇ ਕਦੇ ਰੱਬ ਨਾਲ ਗਿਲਾ ਨਹੀਂ ਕੀਤਾ ਵੀ ਰੱਬਾ ਤੂੰ ਐਵੇਂ ਚਲਾਈ ਰੱਖਦਾ। ਕਦੇ ਵੀ ਨਹੀਂ ਉਹਨੇ ਗਿਲਾ ਕੀਤਾ। ਮਨੁੱਖ ਹੀ ਹੈ ਇੱਕ, ਰੱਬਾ ਤੂੰ ਇਦਾਂ ਨਹੀਂ ਕਰਦਾ, ਇਦਾਂ ਕਰ, ਜਾਂ ਤੂੰ ਜੋ ਕਰਨਾ ਮੇਰੇ ਤੋਂ ਪੁੱਛ ਕੇ ਕਰ। ਰੱਬ ਜੀ ਤੁਸੀਂ ਕਰਨ ਲੱਗਿਆ ਮੇਰੇ ਤੋਂ ਪੁੱਛ ਕੇ ਕਰਦੇ ਤੇ ਮੈਂ ਤੁਹਾਨੂੰ ਦੱਸਦਾ ਕਿਹੜਾ ਕਾਰਜ ਕਿਵੇਂ ਕਰੀਦਾ। ਹਵਾ ਨੇ ਕਦੇ ਕਿਹਾ ਹੋਵੇ ਵੀ ਰੱਬਾ ਮੈਂ ਦੱਸਦੀ ਆ ਕਿੱਧਰ ਨੂੰ ਚਲਾਉਣਾ ਮੈਨੂੰ? ਨਹੀਂ, ਉਹ ਰਜ਼ਾ ਵਿੱਚ ਉਹਨੂੰ ਗਾਰ। ਅਸੀਂ ਉਹਦੇ ਬਣਾਏ ਮਨੁੱਖ ਹਾਂ। ਚਾਹੀਦਾ ਤੇ ਇਹ ਸੀ ਕਿ ਸਭ ਤੋਂ ਵੱਧ ਅਸੀਂ ਉਹਦੀ ਰਜ਼ਾ 'ਚ ਰਾਜੀ ਹੁੰਦੇ, ਪਰ ਰੱਬ ਦੇ ਬਣਾਏ ਬਾਕੀ ਸਾਰੇ ਜੀਵ ਉਹਦੀ ਰਜ਼ਾ 'ਚ ਰਾਜੀ ਹੈ। ਇੱਕ ਬੰਦਾ ਹੀ ਹੈ ਜਿਹਨੂੰ ਰਾਜੀ ਹੋਣਾ ਨਹੀਂ ਆਇਆ। ਤੇ ਇਹਦੇ ਕੋਲ ਇੰਨੀ ਸਮਰੱਥ ਹੈ ਕਿ ਇਹ ਆਪਣੀ ਜ਼ਿੰਦਗੀ ਵਿੱਚ ਗੁਰੂ ਦਾ ਮਿਲਾਪ ਹਾਸਲ ਕਰ ਸਕਦਾ ਹੈ। ਇੱਕ ਮਨੁੱਖ ਹੈ ਜਿਹਦੇ ਕੋਲ ਇੰਨੀ ਸਮਰੱਥ ਹੈ ਕਿ ਇਹ ਆਪਣੀ ਜ਼ਿੰਦਗੀ ਵਿੱਚ ਗੁਰੂ ਰੂਪ, ਗਿਆਨ ਰੂਪ ਗੁਰੂ ਦਾ ਮਿਲਾਪ ਹਾਸਲ ਕਰ ਸਕਦਾ ਹੈ। ਦੂਜਾ ਕੋਈ ਜੀਵ ਨਹੀਂ ਹਾਸਲ ਕਰ ਸਕਦਾ। ਤੇ ਸਾਹਿਬ ਕਹਿੰਦੇ 184 ਤਰਸ ਦੇ ਫਿਰੇ, ਸਾਰੇ ਤਰਸ ਰਹੇ, ਬਿਨ ਗੁਰ ਭੇਟੈ ਪੀਰੈ। ਗੁਰੂ ਪੀਰ ਨੂੰ ਮਿਲਣ ਤੋਂ ਬਿਨਾ ਸਾਰੇ ਕੀ ਨੇ? ਉਹ ਤਰਸਦੇ ਫਿਰਦੇ ਨੇ। ਇੱਥੋਂ ਤੱਕ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ ਆਖਦੇ, ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਔਰ ਇੱਥੇ ਮਨੁੱਖ ਕੋਲ ਇੰਨੀ ਸਮਰੱਥਾ ਵੀ ਇਹ ਗੁਰੂ ਕੇ ਦੀਦਾਰ ਕਰ ਸਕਦਾ। ਸਤਿਗੁਰੂ ਕੀ 184 ਤਰਸ ਦੇ ਫਿਰੇ, ਤਰਸ ਰਹੇ ਨੇ ਗੁਰੂ ਪੀਰ ਤੋਂ ਬਿਨਾ, ਜਾਂ ਇਉਂ ਕਹਿ ਲਈ ਉਹਨੂੰ ਮਿਲਣ ਤੋਂ ਬਿਨਾ ਤਰਸਦੇ ਨੇ। ਇੱਕ ਮਨੁੱਖ ਹੈ ਜਿਹਦੇ ਕੋਲ ਇੰਨੀ ਸਮਰੱਥਾ ਵੀ ਇਹ ਗੁਰੂ ਨੂੰ ਮਿਲ ਵੀ ਸਕਦਾ, ਤਨ ਕਰਕੇ ਵੀ ਔਰ ਮਨ ਕਰਕੇ ਵੀ। ਮਨ ਕਰਕੇ ਮਿਲਣਾ, ਗੁਰੂ ਕੇ ਮਤ ਦੇ ਧਾਰਨੀ ਹੋ ਜਾਣਾ। ਤਨ ਕਰਕੇ ਮਿਲਣਾ, ਨਿਤਾ ਪ੍ਰਤੀ ਗੁਰੂ ਕੇ ਦੀਦਾਰ ਕਰਨੇ, ਨਿਤਾ ਪ੍ਰਤੀ ਗੁਰੂ ਕੇ ਦਰਸ਼ਨ ਕਰਨੇ।
ਤੇ ਕਿਹੜਾ 84 ਲੱਖ ਜੂਨਾਂ ਵਿੱਚੋਂ ਜੀਵ ਹੈ ਜਿਹੜਾ ਨਿਤਾ ਪ੍ਰਤੀ ਗੁਰੂ ਕੇ ਦਰਸ਼ਨ ਕਰਨ ਤਨ ਕਰਕੇ ਆਉਂਦਾ ਹੋਏਗਾ। ਤੇ 84 ਲੱਖ ਜੂਨਾਂ ਦੇ ਵਿੱਚੋਂ ਕਿਹੜਾ ਜੀਵ ਐਸਾ ਜਿਹੜਾ ਗੁਰੂ ਕੀ ਮੱਤ ਦਾ ਧਾਰਨੀ ਹੁੰਦਾ ਹੋਏਗਾ, ਸਿਵਾਏ ਇੱਕ ਮਨੁੱਖ ਤੋਂ। ਇੱਕ ਮਨੁੱਖ ਹੈ ਜਿਹਦੇ ਕੋਲ ਇੰਨੀ ਸਮਰੱਥਾ ਰੱਬ ਨੇ ਦਿੱਤੀ ਕਿ ਤੂੰ ਤਨ ਕਰਕੇ ਤੇ ਮਨ ਕਰਕੇ ਗੁਰੂ ਕੀ ਮੱਤ ਦਾ ਧਾਰਨੀ ਬਣ, ਗੁਰੂ ਕੇ ਮਿਲਾਪ ਨੂੰ ਹਾਸਲ ਕਰ। ਇਹਨੂੰ ਹੀ ਬਾਰ-ਬਾਰ ਪ੍ਰੇਰਿਤ ਕਰ ਕਰਕੇ ਆਖਣਾ ਪਿਆ ਵੀ ਤੂੰ ਧਾਰਨੀ ਬਣ। ਫਿਰ ਸਾਹਿਬ ਜੀ ਨਾਲ ਆਖਦੇ, ਹਰ ਜੀਓ ਬਖਸ਼ੇ ਬਖਸ਼ ਲਏ, ਸੂਖ ਸਦਾ ਸਰੀਰੈ। ਜੇ ਕਿਤੇ ਉਹ ਪ੍ਰਮਾਤਮਾ ਆਪ ਬਖਸ਼ ਲਵੇ ਜਾਂ ਆਪ ਬਖਸ਼ਿਸ਼ ਕਰ ਦਵੇ, ਗੁਰੂ ਪੀਰ ਦਾ ਮਿਲਾਪ ਹੋ ਜਾਏ, ਰੱਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਫਿਰ ਕੀ ਹੁੰਦਾ? ਸੂਖ ਸਦਾ ਸਰੀਰ ਹੈ। ਫਿਰ ਸਰੀਰ ਅੰਦਰ ਸਦੀਵ ਸੁਖ ਵਸਦਾ। ਗੁਰ ਪ੍ਰਸਾਦੀ ਸੇਵ ਕਰੀ। ਕਹਿੰਦੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਮੈਂ ਸੇਵਾ ਵਿੱਚ ਜੁੜ ਜਾਵਾਂ। ਸੱਚ ਗਹਿਰ ਗੰਭੀਰ ਹੈ, ਉਹ ਅਕਾਲ ਪੁਰਖ ਪਰਮੇਸ਼ਵਰ ਦੇ ਜਿਹੜਾ ਬਹੁਤ ਗਹਿਰਾ ਤੇ ਗੰਭੀਰ ਹੈ, ਜਿਹੜਾ ਸਦੀਵ ਰਹਿਣ ਵਾਲਾ, ਮੈਂ ਉਸ ਦੀ ਸੇਵਾ ਕਿਤੇ ਗੁਰੂ ਕੀ ਮੱਤ ਅਨੁਸਾਰੀ ਕਰਨੀ ਸਿੱਖ ਲਵਾਂ। ਧਰਮ ਰਾਏ ਨੋ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਦੂਜੈ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ ਮਨ, ਜਪ ਹੈ ਏਕ ਮੁਰਾਰ। ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ ਹਾਰ। ਹੁਣ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਪੱਖ ਰੱਖਿਆ ਧਰਮਰਾਜ ਨੂੰ ਲੈ ਕਰਕੇ। ਧਰਮਰਾਜ ਮੰਨਿਆ ਜਾਂਦਾ ਕਿ ਮਨੁੱਖ ਜਦੋਂ ਮਰਦਾ ਤੇ ਮਰਨ ਤੋਂ ਬਾਅਦ ਵਿੱਚ ਇਹਦੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਕਰਦਾ ਧਰਮਰਾਜ, ਜੋ ਸਮਾਜ ਨੇ ਪਰਿਭਾਸ਼ਾ ਧਰਮਰਾਜ ਦੀ ਦਿੱਤੀ। ਪਰ ਅਸਲ ਦੇ ਅੰਦਰ ਜਦੋਂ ਸਮਾਜ ਤੋਂ ਉੱਪਰ ਉੱਠ ਕੇ ਤੇ ਭਾਵ ਅਰਥਾਂ ਵਾਲੇ ਪਾਸੇ ਆਵਾਂਗੇ ਤੇ ਰੱਬ ਦੇ ਬਣਾਏ ਹੋਏ ਕਾਨੂੰਨ ਤੇ ਰੱਬ ਦੇ ਬਣਾਏ ਹੋਏ ਨਿਯਮ, ਰੱਬ ਦਾ ਰਾਜ ਜਿਹੜਾ, ਉਹ ਧਰਮਰਾਜ ਦੇ ਨਾਮ ਵਾਲੇ ਪਾਸੇ ਆਏਗਾ। ਹੁਣ ਸਾਹਿਬ ਜੀ ਜ਼ਿਕਰ ਕਰਦੇ, ਕਹਿੰਦੇ ਧਰਮ ਰਾਏ ਨੂੰ ਹੁਕਮ ਹੈ। ਪਹਿਲੋਂ ਤੇ ਇੱਕ ਬਾਤ ਅਸੀਂ ਸਪਸ਼ਟ ਕਰੀਏ ਵੀ ਰੱਬ ਤੋਂ ਬਿਨਾਂ ਕੋਈ ਨਹੀਂ ਹੈ ਜਿਹਦੀ ਸਮਰੱਥਾ ਸੰਸਾਰ ਵਿੱਚ ਕੁਛ ਕਰਨ ਦੀ ਹੋਵੇ। ਜੇ ਕੋਈ ਕੁਛ ਕਰਦਾ ਵੀ ਹੈ ਤੇ ਉਹ ਰੱਬ ਦੇ ਦਿੱਤੇ ਬਲ ਸਦਕਾ ਕਰ ਰਿਹਾ, ਉਹਦੇ ਬਲ ਤੋਂ ਬਿਨਾਂ ਨਹੀਂ। ਅਸੀਂ ਚੱਲ ਰਹੇ ਹਾਂ ਤੇ ਸਾਡੇ ਚੱਲਣ ਨੂੰ ਵੀ ਰੱਬ ਜੀ ਨੇ ਬਲ ਦਿੱਤਾ, ਤਾਂ ਅਸੀਂ ਚੱਲ ਰਹੇ ਹਾਂ। ਉਹ ਬਲ ਨਾ ਦੇਵੇ ਤੇ ਅਸੀਂ ਚੱਲ ਨਹੀਂ ਸਕਦੇ। ਬੋਲ ਰਹੇ ਹਾਂ ਤੇ ਸਾਡੇ ਬੋਲਣ ਦਾ ਬਲ ਉਹਨੇ ਸਾਨੂੰ ਦਿੱਤਾ ਹੈ, ਨਾ ਦੇਵੇ ਤੇ ਅਸੀਂ ਬੋਲ ਨਹੀਂ ਸਕਦੇ। ਵੇਖਣ ਦੀ ਸਮਰੱਥਾ ਵੀ ਇਦਾਂ ਹੀ ਹੈ। ਮਤਲਬ ਰੱਬ ਜੀ ਸਮਰੱਥਾ ਦਿੰਦੇ ਨੇ ਤੇ ਅਸੀਂ ਕਾਰਜ ਕਰਦੇ ਹਾਂ। ਉਹ ਸਮਰੱਥਾ ਨਾ ਦੇਵੇ ਤੇ ਅਸੀਂ ਕਿਸੇ ਕਾਰਜ ਜੋਗੇ ਨਹੀਂ, ਕਿਸੇ ਕੰਮ ਜੋਗੇ ਨਹੀਂ। ਅਸੀਂ ਕਹਿੰਦੇ ਧਰਮ ਰਾਏ ਨੂੰ ਹੁਕਮ ਹੈ, ਤੂੰ ਕੀ ਕਰਨਾ? ਬਹਿ ਸੱਚਾ ਨਿਉ ਵਿਚਾਰ। ਬਹਿ ਸੱਚਾ ਧਰਮ ਵਿਚਾਰ, ਤੂੰ ਸੱਚੇ ਧਰਮ ਦੀ ਵਿਚਾਰ। ਮਤਲਬ ਅਸਲ ਦੇ ਵਿੱਚ ਇਨਸਾਫ ਕਰ, ਸੱਚਾ ਇਨਸਾਫ ਕਰ, ਕਿਸੇ ਨਾਲ ਨਾ ਇਨਸਾਫੀ ਨਾ ਕਰੀ। ਹੁਣ ਇਨਸਾਫ ਕਰਨਾ ਕੀ ਹੈ? ਕਰਮਾਂ ਦਾ ਹਿਸਾਬ। ਕਰਮਾਂ ਦਾ ਹਿਸਾਬ ਕੀਤਾ ਜਿਹੜਾ ਉਹ ਆਪਣਾ ਹੀ ਭਾਵੇ, ਕਿਸੇ ਦੂਜੇ ਦਾ ਕੀਤਾ ਕਿਸੇ ਦੂਜੇ ਨੂੰ ਨਹੀਂ ਮਿਲਣਾ। ਇਹ ਰੱਬ ਦਾ ਬਣਾਇਆ ਕੀ ਹੈ? ਇੱਕ ਨਿਯਮ ਹੈ। ਜੋ ਮਨੁੱਖ ਨੇ ਜਿਹਨੇ ਕੀਤਾ ਉਹਨੂੰ ਉਹਦਾ ਕੀਤਾ ਹੀ ਮਿਲੇਗਾ, ਕੋਈ ਦੂਜਾ ਨਹੀਂ। ਇਹ ਰੱਬ ਜੀ ਦਾ ਬਣਾਇਆ ਇੱਕ ਸੱਚਾ ਨਿਉ ਹੈ, ਸੱਚਾ ਧਰਮ ਹੈ। ਕਹਿੰਦੇ ਇਹਦੀ ਵਿਚਾਰ ਕਰ। ਤੇ ਇਹਦੀ ਵਿਚਾਰ ਕੀ ਹੈ? ਦੂਜੇ ਭਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਜਿਹੜੇ ਦੂਜੇ ਭਾਏ ਵਿੱਚ ਲੱਗ ਗਏ, ਦੂਜੇ ਪ੍ਰੇਮ ਵਿੱਚ ਲੱਗ ਗਏ, ਉਹ ਕੀ ਬਣ ਗਏ? ਦੁਸ਼ਟ ਆਤਮਾ। ਉਹ ਭੈੜੀ ਮੱਤ ਵਾਲੇ, ਭੈੜੀ ਬੁੱਧੀ ਵਾਲੇ ਬਣ ਗਏ। ਉਹ ਤੇਰੀ ਸਰਕਾਰ, ਉਹਨਾਂ ਉੱਤੇ ਤੇਰਾ ਕੀ ਹੈ?
ਜ਼ੋਰ ਉਹਨਾਂ ਉੱਤੇ ਤੇਰਾ ਬਲ ਹੈ, ਉਹ ਤੇਰੇ ਅਧੀਨ ਨੇ। ਫਿਰ ਜਿਹੜੇ ਤੇ ਦੂਜੇ ਭਾਏ ਵਿੱਚ ਫਸ ਗਏ ਉਹਨਾਂ ਉੱਤੇ ਤੇਰਾ ਜ਼ੋਰ ਹੈ, ਪਰ ਨਾਲ ਅਧਿਆਤਮੀ ਹਰ ਗੁਣ ਤਾਸ ਮਨ। ਜਿਹੜੇ ਅਧਿਆਤਮ ਜੀਵ ਨੇ, ਜਿਨ੍ਹਾਂ ਕੋਲ ਅਧਿਆਤਮਿਕ ਜੀਵਨ ਹੈ, ਜਿਨ੍ਹਾਂ ਦੇ ਕੋਲ ਅਧਿਆਤਮ ਤੌਰ ਉੱਤੇ ਪ੍ਰਭੂ ਜੀ ਦਾ ਚਿੰਤਨ ਹੈ, ਪਰਮੇਸ਼ਵਰ ਹੈ, ਜਪੈ ਏਕ ਮੁਰਾਰ, ਜਿਹੜੇ ਇੱਕ ਮੁਰਾਰੀ ਨੂੰ ਜਪਣ ਵਾਲੇ ਨੇ। ਫਿਰ ਤਿਨ ਕੀ ਸੇਵਾ ਧਰਮ ਰਾਏ ਕਰੈ, ਉਹਨਾਂ ਦੀ ਸੇਵਾ ਵਿੱਚ ਬੈਠਾ। ਧਨ ਸਵਾਰਨਹਾਰ, ਧਰਮ ਰਾਏ ਉਹਨਾਂ ਦੀ ਸੇਵਾ ਵਿੱਚ ਬੈਠਾ ਹੈ, ਉਹਨਾਂ ਦੀ ਸੇਵਾ ਵਿੱਚ ਹਰ ਵਕਤ ਉਹ ਹਾਜ਼ਰ ਹੈ। ਇਉਂ ਕਹਿ ਸਕਦੇ ਆ ਸਾਡੇ ਕੀਤੇ ਕਰਮ ਅਸੀਂ ਖੁਦ ਭੋਗਣੇ, ਇਹਦੇ 'ਚ ਕੋਈ ਅੱਤ ਕਥਨੀ ਨਹੀਂ। ਮੈਂ ਅੱਜ ਚੰਗਾ ਕਰਾਂ, ਕੱਲ ਨੂੰ ਚੰਗਾ ਭੋਗਾਂਗਾ। ਜੇ ਅੱਜ ਮਾੜਾ ਕਰਾਂਗਾ ਤੇ ਕੱਲ ਨੂੰ ਮਾੜਾ ਭੋਗਾਂਗਾ, ਇਹਦੇ 'ਚ ਕੋਈ ਦੋਰਾਵਾ ਨਹੀਂ। ਜੇ ਤੇ ਮਾੜਾ ਕਰਾਂਗਾ ਤਾਂ ਵੀ ਇਨਸਾਫ ਹੋਏਗਾ, ਜੇ ਚੰਗਾ ਕਰਾਂਗਾ ਤੇ ਤਾਂ ਵੀ ਇਨਸਾਫ ਹੋਏਗਾ। ਜੇ ਮਾੜਾ ਕਰਾਂਗਾ ਤੇ ਫਿਰ ਇਨਸਾਫ ਹੁੰਦਿਆਂ ਮੇਰੇ ਉੱਤੇ ਜ਼ੋਰ ਵੀ ਉਸੇ ਦਾ ਚੱਲੇਗਾ ਜਿਹਨੂੰ ਰੱਬ ਨੇ ਲਾਇਆ ਹੈ, ਮਤਲਬ ਮਾੜੇ ਫਲ ਦਾ ਜ਼ੋਰ ਚੱਲੇਗਾ ਮੇਰੇ ਤੇ ਜੇ ਮੇਰੇ ਕੋਲ ਚੰਗੇ ਕਰਮਾਂ ਦਾ ਨਤੀਜਾ, ਮੈਂ ਚੰਗੇ ਕਰਮ ਕੀਤੇ ਨੇ, ਫਿਰ ਸਾਰਾ ਸਮਾਜ ਕੀ ਹੈ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਏ, ਪਰ ਰੱਬ ਜੀ ਦੇ ਇਨਸਾਫ ਅੱਗੇ ਸਮਾਜ ਨੂੰ ਨਿਭਣਾ ਹੀ ਪਏਗਾ। ਜਿਨ੍ਹਾਂ ਤੋਂ ਸੰਸਾਰ ਦੇ ਲੋਕ ਡਰਦੇ, ਖੌਫ ਖਾਂਦੇ ਫਿਰਦੇ ਨੇ, ਚੰਗੇ ਕਰਮ ਕਰਨ ਵਾਲਿਆਂ ਦੇ ਸਾਹਮਣੇ ਉਹ ਹੱਥ ਜੋੜ ਕੇ ਖੜੋ ਜਾਂਦੇ, ਜਿਹਨੂੰ ਸਤਿਗੁਰੂ ਆਖਦੇ ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸ਼ੁਭ ਦੇਊ। ਸੰਸਾਰ ਖੌਫ ਖਾਂਦਾ ਫਿਰਦਾ, ਸਾਹਿਬ ਕਹਿੰਦੇ ਕਿਤੇ ਜਪ ਕੇ ਜਾ ਹਾਂ ਮੁਰਾਰੀ ਨੂੰ, ਰੱਬ ਨੂੰ ਜਪ। ਰੱਬ ਨੂੰ ਜਪੇਗਾ ਕੋਈ ਰੇ ਵੀ ਨਹੀਂ ਕਹਿ ਸਕਦਾ, ਨਹੀਂ ਜਪੇਗਾ ਹੋ ਸਕਦਾ ਵੀ ਤੇਰੇ ਨਾਲ ਕਿੱਦਾਂ ਦੇ ਹਾਲਾਤ ਬਣ ਜਾਣ। ਸਗੋਂ ਇੱਥੋਂ ਤੱਕ ਸਤਿਗੁਰੂ ਬਾਣੀ 'ਚ ਆਖਦਿਆਂ ਜ਼ਿਕਰ ਕਰਦੇ ਕਿ ਉਹ ਧਰਮ ਰਾਜ ਖੁਦ ਇਸ ਗੱਲ ਦਾ ਦਾਅਵਾ ਕਰਕੇ ਭੇਜਦਾ ਹੈ ਆਪਣੇ ਜਮਦੂਤਾਂ ਨੂੰ ਵੀ ਕਿ ਜਿੱਥੇ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਤੇ ਉਹਦਾ ਚਿੰਤਨ ਹੈ ਉੱਥੇ ਨਾ ਜਾਇਓ, ਕਿਉਂਕਿ ਨਾ ਹਉ ਨਾ ਤੂੰ ਨਹ ਛੁਟੈ, ਨਿਕਟ ਨਾ ਜਾਇਓ ਦੂਤ। ਉੱਥੇ ਨਹੀਂ ਜਾਣਾ ਜਿੱਥੇ ਰੱਬ ਦੀ ਬੰਦਗੀ ਹੈ। ਨਿਆਉ ਉਸ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਨਿਯਮ ਬਣਾਇਆ ਗਿਆ। ਇੱਕ ਨਿਯਮ ਐਸਾ ਹੈ ਕਿ ਸਮਾਜ ਉੱਤੇ ਕੀਤੇ ਕਰਮਾਂ ਦਾ ਨਤੀਜਾ ਸਾਨੂੰ ਭੋਗਣਾ ਪਏਗਾ, ਔਰ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ। ਵੇਖੋ ਹਾਂ ਹਾਲਾਤ ਕਿੱਦਾਂ ਦੇ ਬਣ ਰਹੇ। ਵਾਤਾਵਰਣ ਨੂੰ ਦੂਸ਼ਿਤ ਕਰਨ ਲੱਗਿਆਂ ਅਸੀਂ ਗੁਰੇਜ਼ ਨਹੀਂ ਕਰਦੇ। ਆਪਣਾ ਮਨ ਆਇਆ, ਜਿੱਦਾਂ ਚਿੱਤ ਕੀਤਾ ਅਸੀਂ ਉਵੇਂ ਹੀ ਦੂਸ਼ਿਤ ਕੀਤਾ। ਇੱਕ ਨਾ ਗੁਰੂ ਨਾਨਕ ਸਾਹਿਬ ਦਾ ਬਚਨ ਆਸਾ ਕੀ ਵਾਰ ਵਿੱਚ ਉਹ ਬੜਾ ਪਿਆਰਾ। ਮਾਲਕ ਜੀ ਉੱਥੇ ਜ਼ਿਕਰ ਕਰਦਿਆਂ ਕਹਿੰਦੇ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਵੈ ਸੰਤਰ ਚੰਦ ਸੂਰਜ ਅਵਤਾਰ। ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ, ਕੀ ਤੁਸੀਂ ਆਪਣੇ ਗਹਿਣਿਆਂ ਨੂੰ ਗੰਦਗੀ 'ਚ ਸੁੱਟ ਸਕਦੇ ਹੋ? ਸੋਨੇ ਦੇ ਬਣਾਏ, ਹੀਰੇ ਦੇ ਬਣਾਏ ਗਹਿਣੇ ਸੁੱਟ ਦੋਗੇ ਵੀ ਮੈਂ ਲੱਖਾਂ ਰੁਪਇਆ ਲਾ ਕੇ ਆਇਆ ਵੀ ਲਓ ਸੁੱਟ ਦੋ ਮੈਲ 'ਚ, ਮੈਨੂੰ ਨਹੀਂ ਚਾਹੀਦੇ? ਕੀ ਉਹਨਾਂ ਨੂੰ ਅਨਸੇਫਲੀ ਰੱਖ ਲਓਗੇ ਵੀ ਖੁੱਲੇ ਹੀ ਪਈ ਰਹਿਣ ਦੋ? ਕੋਈ ਗੱਲ ਨਹੀਂ, ਫਿਰ ਕੀ ਲੱਖਾਂ ਰੁਪਇਆ ਲਾਇਆ, ਕਿੱਡੀ ਕੁ ਗੱਲ ਹੈ, ਹੋਰ ਲਾ ਲਾਂਗੇ। ਨਹੀਂ,
ਸਾਨੂੰ ਉਹ ਲੱਖਾਂ ਰੁਪਇਆ ਲਾਇਆ, ਦਿਸਦਾ ਹੈ ਵੀ ਮੈਂ ਅੱਜ ਡਾਇਮੰਡ ਖਰੀਦ ਕੇ ਲਿਆਇਆ ਤੇ ਇਹਨੂੰ ਲੋਕਰ 'ਚ ਰੱਖਣਾ ਹੈ। ਮੈਂ ਅੱਜ 골ਡ ਖਰੀਦ ਕੇ ਲੈ ਕੇ ਆਇਆ, ਸੋਨਾ ਲੈ ਕੇ ਆਇਆ ਤੇ ਮੈਂ ਇਹਨੂੰ ਲੋਕਰ ਦੇ ਵਿੱਚ ਡਿਪੋਜ਼ਿਟ ਕਰਵਾਉਣਾ, ਜਮ੍ਹਾਂ ਕਰਾਉਣਾ ਹੈ ਵੀ ਜਦੋਂ ਲੋੜ ਪਵੇ ਮੈਂ ਉਦੋਂ ਲੈ ਲਾਂ। ਕਿੱਡੇ ਅਸੀਂ ਸਿਆਣੇ ਆ। ਉਹਨਾਂ ਗਹਿਣਿਆਂ ਦਾ ਤੇ ਪਤਾ ਹੈ ਵੀ ਜਿਨ੍ਹਾਂ ਦੀ ਕੀਮਤ ਲੱਖਾਂ ਵਿੱਚ ਹੈ ਉਹਨਾਂ ਨੂੰ ਸਾਂਭ ਕੇ ਰੱਖਣਾ, ਤੇ ਜਿਨ੍ਹਾਂ ਗਹਿਣਿਆਂ ਦਾ ਮੁੱਲ ਹੀ ਸਾਡੇ ਕੋਲੋਂ ਦਿੱਤਾ ਨਹੀਂ ਜਾਣਾ, ਕਿ ਉਹ ਸਾਂਭਣ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਗਹਿਣੇ ਪਾਉਣ ਪਾਣੀ ਬਹਿ ਸੰਤਰ, ਆ ਜਿਹੜੇ ਹੀਰੇ ਮੋਤੀਆਂ ਵਾਲੇ ਨੇ ਪਾਸੇ ਰੱਖ ਦੇ, ਇਹ ਤੇ ਇੱਥੇ ਹੀ ਰਹਿ ਜਾਣੇ ਨੇ। ਹਵਾ ਰੂਪੀ ਗਹਿਣੇ ਤੋਂ ਬਿਨਾਂ ਤੇਰੀ ਜ਼ਿੰਦਗੀ ਨਹੀਂ, ਪਾਣੀ ਰੂਪੀ ਗਹਿਣੇ ਤੋਂ ਬਿਨਾਂ ਤੇਰੀ ਜ਼ਿੰਦਗੀ ਨਹੀਂ। ਇਹ ਰੱਬ ਵੱਲੋਂ ਦਿੱਤੇ ਹੋਏ ਤੈਨੂੰ ਅਮੋਲਕ ਗਹਿਣੇ ਨੇ, ਪਰ ਮਨੁੱਖ ਦੀ ਫਿਤਰਤ ਹੈ ਮੁਫਤ ਵਿੱਚ ਮਿਲੀ ਚੀਜ਼ ਇਹਨੂੰ ਸਾਂਭਣੀ ਨਹੀਂ ਆਉਂਦੀ। ਇਹਦੀ ਫਿਤਰਤ ਹੈ, ਇਹਦਾ ਸੁਭਾਅ ਹੈ। ਉਹ ਪਤਾ ਵੀ ਜੇਬ ਚੋਂ ਮੈਂ 1000 ਰੁਪਇਆ 10,000 20,000 40,000 ਲਾ ਕੇ ਆਇਆ, ਫਿਰ ਇੱਕ ਰਿੰਗ ਲੈ ਕੇ ਆਇਆ, ਫਿਰ ਇੱਕ ਮੈਂ ਹਾਰ ਲੈ ਕੇ ਆਇਆ, ਉਹ ਤੇ ਦਿਸਿਆ ਜੇਬ ਚੋਂ ਲੱਗੇ ਨੇ। ਆ ਪਾਉਣ ਪਾਣੀ ਤੇ ਅੱਗ ਰੱਬ ਨੇ ਮੁਫਤ 'ਚ ਦੇਤੀਆਂ, ਜੇਬ ਚੋਂ ਦੇਣਾ ਕੁਛ ਨਹੀਂ ਪਿਆ, ਸਾਂਭੀ ਵੀ ਨਹੀਂ। ਆ ਧੂਆਂ ਸਾਰਾ ਹੀ ਨਜ਼ਰ ਆ ਰਿਹਾ, ਕਿਹਦਾ ਨਤੀਜਾ ਹੈ? ਮਨੁੱਖ ਦਾ ਹੀ ਹੈ। ਕਿਸੇ ਪਸ਼ੂ ਨੇ ਤੇ ਆ ਕੇ ਵਾਤਾਵਰਨ ਦੂਸ਼ਿਤ ਨਹੀਂ ਕੀਤਾ, ਕਿਸੇ ਪੰਛੀ ਨੇ ਆ ਕੇ ਨਹੀਂ ਕਿਹਾ ਵੀ ਤੁਸੀਂ ਲਾ ਦਿਓ ਅੱਗ ਫੂਕ ਦਿਓ, ਕਿਸੇ ਨੇ ਨਹੀਂ ਆਖਿਆ। ਇੱਕ ਮਨੁੱਖ ਹੀ ਹੈ। ਇਸ ਮਨੁੱਖ ਦੀ ਖੁਸ਼ੀ ਜ਼ਾਹਰ ਕਰਨ ਦਾ ਤਰੀਕਾ ਸਮਝ ਨਹੀਂ ਲੱਗਾ ਕਿ ਮਨੁੱਖਾ ਤੂੰ ਆਪਣੀ ਜੇ ਖੁਸ਼ੀ ਜ਼ਾਹਰ ਕਰਨ ਲੱਗਾ ਤੇ ਕਿਵੇਂ ਕਰਨੀ ਚਾਹੀਦੀ ਸੀ ਤੈਨੂੰ? ਦੂਜਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਕੇ ਤੂੰ ਆਪਣੀ ਖੁਸ਼ੀ ਜ਼ਾਹਰ ਕਰ ਰਿਹਾ, ਨਤੀਜਾ ਤੇ ਤੈਨੂੰ ਵੀ ਭੁਗਤਣਾ ਪੈਣਾ। ਇਹ ਤੇ ਨਹੀਂ ਵੀ ਜੇ ਤੂੰ ਵਾਤਾਵਰਨ ਦੂਸ਼ਿਤ ਕੀਤਾ ਹੈ ਤੇ ਤੂੰ ਆਖੇ ਦੂਜੇ ਲੋਕ ਮਰਦੇ ਮਰੀ ਜਾਣ, ਮੇਰਾ ਤੇ ਕੁਛ ਨਹੀਂ ਗਿਆ। ਨਹੀਂ, ਗੁਰੂ ਬਾਬੇ ਵੱਲੋਂ ਪਰਮੇਸ਼ਵਰ ਵੱਲੋਂ ਦਿੱਤੇ ਉਹ ਗਹਿਣੇ ਨੇ, ਸਾਡਾ ਸਾਂਭਣਾ ਫਰਜ਼ ਬਣਦਾ ਹੈ ਤੇ ਅਸੀਂ ਸਾਂਭੀਏ, ਆਪਣੇ ਵਾਤਾਵਰਣ ਦੀ ਸੰਭਾਲ ਕਰੀਏ ਤੇ ਆਪਣੇ ਵਾਤਾਵਰਣ ਨੂੰ ਸਾਂਭਦਿਆਂ ਆਪਣਾ ਚੌਗਿਰਦਾ ਅਸੀਂ ਸਾਫ਼ ਰੱਖੀਏ, ਨਾ ਕਿ ਖੁਦ ਅਸੀਂ ਆਪ ਹੀ ਚੌਗਿਰਦਾ ਗੰਦਾ ਕਰਨ ਲੱਗ ਜਾਈਏ। ਫਿਰ ਕੀ ਹੁੰਦਾ ਜੀ? ਮੈਂ ਨਹੀਂ ਚਲਾਏ ਜਾਂ ਮੈਂ ਨਹੀਂ ਜੇ ਵਾਤਾਵਰਨ ਦੂਸ਼ਿਤ ਕੀਤਾ, ਲੋਕ ਤੇ ਕਰਦੇ। ਇੱਕ ਨਾ ਬੜਾ ਪਿਆਰਾ ਗੁਰੂ ਨਾਨਕ ਸਾਹਿਬ ਦੇ ਨਾ ਜੀਵਨ ਵਿੱਚ ਘਟਨਾ ਮਿਲਦੀ, ਤੇ ਉਸ ਵਕਤ ਨਾ ਉਸ ਸਿੱਖ ਦੁਆਰਾ ਜ਼ਿਕਰ ਕੀਤਾ ਜਾਂਦਾ ਵੀ ਮੈਂ ਜਦੋਂ ਗੁਰੂ ਕੀਆਂ ਨਜ਼ਰਾਂ ਦੇ ਸਾਹਮਣੇ ਹੋਵਾਂਗਾ ਨਾ, ਜਾਂ ਇੱਕ ਘਟਨਾ ਸਾਖੀਕਾਰਾਂ ਵੱਲੋਂ ਲਿਖੀ ਜਾਂਦੀ ਵੀ ਅੱਗ ਲੱਗੀ ਤੇ ਚਿੜੀ ਆਪਣੇ ਚੁੰਝ ਨਾਲ ਪਾਣੀ ਭਰ ਭਰ ਕੇ ਉੱਤੇ ਪਾਉਂਦੀ। ਉਹਨੂੰ ਪੁੱਛ ਲਿਆ ਵੀ ਤੂੰ ਕਿੱਡੀ ਮੂਰਖ ਬਣੀ, ਤੇਰੀ ਚੁੰਝ ਨਾਲ ਭਰਿਆ ਪਾਣੀ ਪਾਇਆ ਇਹਦੇ ਉੱਤੇ, ਤੂੰ ਕਿੱਥੋਂ ਅੱਗ ਬੁਝਾ ਲੇਂਗੀ? ਉਹਨੇ ਜਵਾਬ ਬੜਾ ਪਿਆਰਾ ਦਿੱਤਾ, ਕਹਿੰਦੀ ਵੀ ਮੈਂ ਅੱਗ ਤੇ ਨਹੀਂ ਬੁਝਾ ਸਕਦੀ, ਮੈਨੂੰ ਪਤਾ ਹੈ ਮੇਰੀ ਚੁੰਝ ਨਾਲ ਮੈਂ ਕਿੰਨੀ ਕੁ ਅੱਗ ਬੁਝਾ ਲਾਂਗੀ, ਪਰ ਇੱਕ ਗੱਲ ਹੈ, ਮੈਂ ਉਹਦੀਆਂ ਨਜ਼ਰਾਂ 'ਚ ਜਦੋਂ ਜਾਵਾਂਗੀ ਨਾ ਤੇ ਉਦੋਂ ਅੱਗ ਲਾਉਣ ਵਾਲਿਆਂ ਵਿੱਚ ਨਹੀਂ, ਬੁਝਾਉਣ ਵਾਲਿਆਂ ਵਿੱਚ ਹੋਵਾਂਗੀ, ਭਾਵੇਂ ਬੁੱਝੇ ਤੇ ਭਾਵੇਂ ਨਾ ਬੁੱਝੇ। ਤੇ ਜੇ ਅਸੀਂ ਜਿਹੜਾ ਵਾਤਾਵਰਨ ਦੂਸ਼ਿਤ ਕਰਾਂਗੇ, ਫਿਰ ਸੁਭਾਵਿਕ ਜਿਹੀ ਗੱਲ ਹੈ ਉਹਦੀਆਂ ਨਜ਼ਰਾਂ 'ਚ ਅਸੀਂ ਅੱਗ ਲਾਉਣ ਵਾਲੇ ਹੀ ਆ, ਅੱਗ ਬੁਝਾਉਣ ਵਾਲੇ ਨਹੀਂ। ਹਮੇਸ਼ਾ ਇਹ ਸੋਚ ਕੇ ਚੱਲੀਏ ਵੀ ਜੇ ਮੈਂ ਨਾ ਕਰਾਂ ਤੇ ਫਿਰ ਮੈਂ ਉਹਦੀਆਂ ਨਜ਼ਰਾਂ ਦੇ ਵਿੱਚ ਅੱਗ ਬੁਝਾਉਣ ਵਾਲਾ ਹੋਵਾਂਗਾ, ਭਾਵੇਂ ਮੇਰੇ ਲਾਇਆ ਬੁੱਝੇ, ਮੇਰੇ ਬੁਝਾਇਆ ਬੁੱਝੇ ਤੇ ਭਾਵੇਂ ਨਾ ਬੁੱਝੇ। ਬਸ ਇੰਨਾ ਕੁ ਸਮਝ ਕੇ ਚੱਲੀਏ। ਆਪਣਾ ਆਪਾ ਸਵਾਰਨ ਦੀ ਗੱਲ ਹੈ ਨਾ। ਅਸੀਂ ਜੇ ਆਪਣਾ ਆਪਾ ਹੀ ਦੂਜਿਆਂ ਦੇ ਮਗਰ ਲੱਗ ਕੇ ਤੇ ਆਪਣੇ ਆਪੇ ਨੂੰ ਹੀ ਗੰਧਲਾ ਕਰ ਲਈਏ ਤੇ ਫਿਰ ਸਵਾਰਾਂਗੇ ਕੀ? ਸਵਾਰਨਾ ਤੇ ਅਸੀਂ ਆਪਣਾ ਆਪਾ ਹੀ ਸੀ। ਤੇ ਗੁਰਬਾਣੀ ਨੇ
ਆਪਣੀ ਸਵੈ ਪੜਚੋਲ ਕਰਨ ਵਾਸਤੇ ਸਾਨੂੰ ਆਖਿਆ ਵੀ ਆਪਣਾ ਆਪਾ ਸਵਾਰ ਸਮਾਜ ਦੀ ਗੱਲ ਬਾਤ ਵਿੱਚ ਹੈ। ਇਸ ਲਈ ਕੋਸ਼ਿਸ਼ ਯਤਨ ਕਰੀਏ ਆਪਣਾ ਚੌਗਿਰਦਾ ਅਸੀਂ ਸਾਂਭੀਏ। ਔਰ ਜਦੋਂ ਨਿਆਂ ਕੀਤਾ ਜਾਣਾ ਨਾ ਧਰਮ ਰਾਜ ਵੱਲੋਂ ਸਭ ਕੁਝ ਵੇਖਿਆ ਜਾਣਾ। ਰੱਬ ਵੱਲੋਂ ਜਦੋਂ ਇਨਸਾਫ ਹੋਣਾ ਉਦੋਂ ਸਭ ਵੇਖਿਆ ਜਾਏਗਾ। ਤੇ ਫਿਰ ਜਦੋਂ ਕਿਤੇ ਰੱਬ ਵੱਲੋਂ ਇਨਸਾਫ ਕੀਤਾ ਜਾਂਦਾ ਨਾ ਮਨੁੱਖ ਦੀਆਂ ਕੁਰਲਾਹਟਾਂ ਨਿਕਲ ਜਾਂਦੀਆਂ ਨੇ ਵੀ ਇਹ ਕੀ ਬਣ ਗਿਆ। ਹੁਣ ਦਾ ਅਸੀਂ ਕਹਿ ਸਕਦੇ ਹਾਂ ਵੀ ਮਨੁੱਖ ਥੋੜਾ ਜਿਹਾ ਖੁੱਲ ਕੇ ਵਿਚਰਨ ਲੱਗਾ। 2-3 ਸਾਲਾਂ ਤੋਂ ਲੱਗਿਆ ਸੀ ਪਤਾ ਵੀ ਜ਼ਿੰਦਗੀ ਕਿਵੇਂ ਚੱਲਦੀ। ਪਿਛਲੇ 2-3 ਸਾਲਾਂ ਤੋਂ ਨਜ਼ਰ ਆ ਹੀ ਰਿਹਾ ਨਾ ਜ਼ਿੰਦਗੀ ਕਿਵੇਂ ਚੱਲਦੀ। ਕੋਈ ਕਿਸੇ ਨੂੰ ਤਿਉਹਾਰ ਚੇਤਾ ਨਹੀਂ ਸੀ, ਕੋਈ ਕਿਸੇ ਨੂੰ ਘਰ ਤੋਂ ਬਾਹਰ ਜਾਣਾ ਚੇਤਾ ਨਹੀਂ ਸੀ, ਕੋਈ ਕਿਸੇ ਨੂੰ ਕਿਤੇ ਜਾ ਕੇ ਬਹਿਣਾ ਚੇਤੇ ਨਹੀਂ ਸੀ। ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਸਰੀਆਂ ਸੀ ਸਾਰਿਆਂ ਨੂੰ ਹੀ। ਔਰ ਕਿੱਡੇ ਹੈਰਾਨੀਜਨਕ ਅਸੀਂ ਕਰਮ ਆਪਣੀ ਜ਼ਿੰਦਗੀ 'ਚ ਵੀ ਮਨੁੱਖ ਨੇ ਮਨੁੱਖ ਦੇ ਸਾਹਮਣੇ ਵੀ ਖੜੋਣਾ ਨਾ ਤੇ ਆਪਣੇ ਮੂੰਹ ਲਕੋ ਲਕੋ ਖੜੋਣਾ ਵੀ ਕਿਤੇ ਇਹਦੇ ਤੋਂ ਸਾਨੂੰ ਬਿਮਾਰੀ ਨਾ ਲੱਗ ਜੇ। ਉਦੋਂ ਪਤਾ ਲੱਗਾ ਸੀ ਵੀ ਜ਼ਿੰਦਗੀਆਂ ਦੀ ਕੀਮਤ ਕੀ ਹੈ ਜਦੋਂ ਰੱਬ ਦੁਆਰਾ ਇਨਸਾਫ ਕੀਤਾ ਗਿਆ। ਤੇ ਅਸੀਂ ਫਿਰ ਉਦੋਂ ਉਹਨਾਂ ਕੁ ਚਿਰ ਅਸੀਂ ਵੀ ਸੰਤੁਸ਼ਟ ਰਹੇ, ਸੈਟੀਸਫਾਈ ਰਹੇ ਵੀ ਠੀਕ ਹੈ ਸਾਨੂੰ ਆਪਣਾ ਆਪਾ ਸਾਫ਼ ਰੱਖਣਾ ਚਾਹੀਦਾ। ਹੱਥ ਵੀ ਦਿਹਾੜੀ 'ਚ ਪਤਾ ਨਹੀਂ ਕਿੰਨੀ ਕਾਰੀ ਧੋਣੇ। ਇੱਥੋਂ ਤੱਕ ਸਬਜ਼ੀਆਂ ਲੈ ਕੇ ਆਪਣੇ ਕੋਲ ਵਸਤੂਆਂ ਕੋਈ ਲੈ ਕੇ ਆਉਣੀਆਂ ਤੇ ਘਰ 'ਚ ਦਾਖਲ ਕਰਨ ਹੋਣ ਤੋਂ ਪਹਿਲਾਂ ਉਹਨਾਂ ਨੂੰ ਬਾਹਰ ਹੀ ਖੜ ਧੋਣਾ। ਉਦੋਂ ਪਤਾ ਲੱਗਾ ਸੀ ਸਫਾਈ ਕਿਹਨੂੰ ਕਹਿੰਦੇ ਨੇ। ਆਪਣੇ ਘਰਾਂ ਨੂੰ ਨਿਤਾ ਪ੍ਰਤੀ ਕਿਵੇਂ ਸਾਫ਼, ਚੌਗਿਰਦਾ ਕਿਵੇਂ ਸਾਫ਼, ਉਦੋਂ ਪਤਾ ਲੱਗਾ ਵੀ ਇਦਾਂ ਜ਼ਿੰਦਗੀ ਜਿਉਣੀ ਦੀ। ਹੁਣ ਫੇਰ ਉਸੇ ਹਾਲਾਤਾਂ ਤੇ ਆ ਕੇ ਅਸੀਂ ਖੜੋਗੇ। ਕਿਹਨੂੰ ਪਤਾ ਰਹਿ ਗਿਆ ਹੁਣ ਚੌਗਿਰਦਾ ਸਾਫ਼ ਰੱਖੀਦਾ। ਤੇ ਜੇ ਚੌਗਿਰਦਾ ਸਾਫ਼ ਰੱਖਣ ਦੀ ਸੋਝੀ ਆ ਜਾਂਦੀ ਤੇ ਫਿਰ ਆਹ ਕੁਛ ਨਾ ਹੁੰਦਾ ਜੋ ਕੁਝ ਅੱਜ ਸਾਡੇ ਸਾਹਮਣੇ ਨਜ਼ਰ ਆ ਰਿਹਾ। ਮਤਾ ਅਸੀਂ ਸੋਚੀਏ ਵੀ ਮੌਸਮ ਦੀ ਤਬਦੀਲੀ ਹੈ ਤੇ ਮੌਸਮ ਦੀ ਤਬਦੀਲੀ ਕਰਕੇ ਆਹ ਹਾਲਾਤ ਬਣੇ, ਨਹੀਂ। ਇਹ ਮਨੁੱਖਾਂ ਦੁਆਰਾ ਆਪਣੀ ਜਿਹੜੀ ਖੁਸ਼ੀ ਜ਼ਾਹਰ ਕੀਤੀ ਨਾ ਉਹ ਖੁਸ਼ੀ ਜ਼ਾਹਰ ਕੀਤੀ ਹੋਈ ਦਾ ਧੂਆਂ ਸਾਡੇ ਸਾਹਮਣੇ ਹੈ ਜਿਹੜਾ ਹੁਣ ਕਈਆਂ ਦੀ ਮੌਤ ਦਾ ਕਾਰਨ ਵੀ ਬਣੇਗਾ, ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦਾ ਵੀ ਕਾਰਨ ਬਣੇਗਾ, ਕਈਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣੇਗਾ, ਸਿਰਫ ਮਨੁੱਖਾਂ ਦੁਆਰਾ ਕੀਤੀ ਆਪਣੀ ਖੁਸ਼ੀ ਜ਼ਾਹਰ ਕਰਕੇ। ਐਸੀ ਖੁਸ਼ੀ ਤੋਂ ਕੀ ਲੈਣਾ ਜਿਹੜਾ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖਦਾ ਹੈ। ਤੇ ਚੇਤਾ ਰੱਖੀਏ ਜਿਹੜੀ ਖੁਸ਼ੀ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰ ਦੇਗੀ ਨਾ ਉਹ ਗੁਰੂ ਨਾਨਕ ਦੀਆਂ ਨਜ਼ਰਾਂ 'ਚ ਕਦੇ ਪ੍ਰਵਾਨੀ ਨਹੀਂ ਜਾਣੀ, ਉਹ ਕਦੇ ਪ੍ਰਵਾਨੀ ਨਹੀਂ ਜਾਏਗੀ। ਗੁਰੂ ਨਾਨਕ ਦੇ ਘਰ ਵਿੱਚੋਂ ਤੇ ਆਵਾਜ਼ ਆਉਂਦੀ ਹੈ ਦੂਜਿਆਂ ਦੀ ਰਾਖੀ ਵਾਸਤੇ ਆਪਣੀ ਖੁਸ਼ੀ ਛੱਡ ਦੇ ਕਿ ਦੂਜਿਆਂ ਦੇ ਘਰ ਵਿੱਚ ਪ੍ਰਸੰਨਤਾ ਹੋਵੇ। ਗੁਰੂ ਨਾਨਕ ਦੇ ਘਰ 'ਚੋਂ ਤੇ ਆਵਾਜ਼ ਆਈ ਮੈਂ ਆਪਣਾ ਪੁੱਤਰ ਅਨਾਥ ਕਰ ਲਾਂਗਾ ਪਰ ਬਾਕੀਆਂ ਦੇ ਰੱਖ ਜਾਵਾਂਗਾ, ਦੂਜਿਆਂ ਦੇ ਅਨਾਥ ਨਹੀਂ ਹੋਣ ਦਿੰਦਾ। ਗੁਰੂ ਕਲਗੀਧਰ ਸਾਹਿਬ ਜੀ ਆਪ ਆਪਣੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ ਮਨਜ਼ੂਰ ਕਰ ਲੈਂਦੇ ਨੇ ਪਰ ਦੂਜਿਆਂ ਦੇ ਪਿਤਾ ਦੇ ਸਾਏ ਬਚਾ ਜਾਂਦੇ। ਆਪਣੇ ਪੁੱਤਾਂ ਨੂੰ ਕੁਰਬਾਨ ਕਰਨਾ ਮਨਜ਼ੂਰ ਕਰ ਲੈਂਦੇ ਨੇ ਪਰ ਦੂਜਿਆਂ ਦੇ ਪੁੱਤਾਂ ਨੂੰ ਰੱਖ ਜਾਂਦੇ ਨੇ। ਤੇ ਅਸੀਂ ਆਪਣੀ ਖੁਸ਼ੀ ਜਿਹੜੀ ਉਹਨੂੰ ਰੱਖਣ ਦੇ ਲਈ, ਉਹਨੂੰ ਮਨਾਉਣ ਦੇ ਲਈ ਦੂਜਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਜਾਈਏ। ਕਿੱਥੋਂ ਦਾ ਇਨਸਾਫ ਹੈ। ਤੇ ਸਾਹਿਬ ਜੀ ਨੇ ਆਖਿਆ ਉਹ ਅਕਾਲ ਪੁਰਖ ਪਰਮੇਸ਼ਵਰ ਦੁਆਰਾ ਜਦੋਂ ਇਨਸਾਫ ਕੀਤਾ ਜਾਣਾ ਨਾ ਫਿਰ ਵੇਖਿਆ ਜਾਏਗਾ ਕਿ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਤੇ ਜਾਂ ਉਸ ਪਰਮੇਸ਼ਵਰ ਵੱਲੋਂ ਜਿਹੜਾ ਨਿਯਮ ਬਣਾਇਆ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨਹਾ। ਮਨ ਕੇ ਬੇਕਾਰ ਮਨ ਹੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾੜਿਆ ਸਹਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੀਵਾਨ ਸ਼ਬਦ ਨਾ ਚੀਨੈ ਕਤਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ।
ਮਨ ਕੇ ਵਿਕਾਰ ਮਨ ਹੈ ਤਜੈ। ਮਾਲਕ ਜੀ ਕਹਿੰਦੇ ਮਨ ਵਿਚਲੀਆਂ ਬੁਰਾਈਆਂ ਮਨ ਵਿੱਚੋਂ ਛੱਡ, ਲੋਕ ਵਿਖਾਵਾ ਨਾ ਕਰ ਵੀ ਮੈਂ ਬਹੁਤ ਚੰਗਾ। ਜੇ ਮਨ ਬੁਰਾ ਹੈ ਤੇ ਫਿਰ ਮਨ ਕਰਕੇ ਬੁਰਾਈਆਂ ਛੱਡ। ਮਨ ਚੂਕੈ ਮੋਹ ਅਭਿਮਾਨ, ਮਨ ਵਿੱਚੋਂ ਤੇਰੇ ਮੋਹ ਅਭਿਮਾਨ ਸਾਰਾ ਕੁਝ ਮੁੱਕ ਜਾਏ। ਆਤਮ ਰਾਮ ਪਛਾਣਿਆ, ਫਿਰ ਕੀ ਹੋਏਗਾ? ਰੱਬ ਜੀ ਦੀ ਪਛਾਣ, ਅੰਦਰ ਬੈਠਾ ਉਹ ਦਿਸੇਗਾ। ਸਹਿਜੇ ਨਾਮ ਸਮਾਨ, ਫਿਰ ਸਹਿਜ ਸੁਭਾ ਉਹਦੇ ਨਾਮ ਵਿੱਚ ਸਮਾ ਜਾਣਾ। ਬਿਨ ਸਤਿਗੁਰ ਮੁਕਤ ਨਾ ਪਾਈ ਐ, ਕਹਿੰਦੇ ਗੁਰੂ ਤੋਂ ਬਿਨਾ ਮੁਕਤੀ ਨਹੀਂ। ਮਨਮੁਖ ਫਿਰੈ ਦੀਵਾਨ, ਦੀਵਾਨ ਕਿਹਾ ਜਾਂਦਾ ਬੌੜੇ ਨੂੰ, ਪਾਗਲ ਨੂੰ। ਕਹਿੰਦੇ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਤੇ ਝੱਲਾ ਹੋਇਆ ਫਿਰਦਾ, ਕਿਉਂਕਿ ਗੁਰੂ ਤੋਂ ਬਿਨਾ ਸਿਆਣਪ ਨਹੀਂ ਆਉਣੀ। ਸ਼ਬਦ ਨਾ ਚੀਨੈ, ਸ਼ਬਦ ਨੂੰ ਪਛਾਣਿਆ ਨਹੀਂ, ਮਤਲਬ ਗੁਰੂ ਕੇ ਉਪਦੇਸ਼ ਨੂੰ ਪਛਾਣਿਆ ਨਹੀਂ। ਕਥਨੀ ਬਦਨੀ ਕਰੇ, ਸਿਰਫ ਕਥਨ ਕਰ ਰਿਹਾ, ਬਦਨ ਕਰ ਰਿਹਾ, ਮੁਖ ਤੋਂ ਬੋਲ ਰਿਹਾ। ਵਿਖਿਆ ਮਾਹੀ ਸਮਾਨ, ਤੇ ਕਥਨੀ ਬਦਨੀ ਕਰਨ ਵਾਲਾ ਤੇ ਗੰਦਗੀ ਵਿੱਚ ਹੀ ਸਮਾਇਆ ਹੈ। ਸਭ ਕਿਛ ਆਪੇ ਆਪ ਹੈ, ਦੂਜਾ ਅਵਰ ਨਾ ਕੋਏ। ਜਿਉ ਬੁਲਾਏ ਤਿਉ ਬੋਲੀਐ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਨਾਨਕ ਨਾਮ ਸੰਭਾਲ ਤੂੰ, ਜਿਤ ਸੇਵਿਐ ਸੁਖ ਹੋਏ। ਸਭ ਕੁਛ ਆਪੇ ਆਪ ਹੈ, ਕਹਿੰਦੇ ਸਾਰਾ ਕੁਝ ਕੀ ਹੈ? ਆਪ ਹੀ ਆਪ ਹੈ, ਉਹਦੇ ਤੋਂ ਬਿਨਾ ਕੋਈ ਦੂਜਾ ਨਹੀਂ। ਦੂਜਾ ਅਵਰ ਨਾ ਕੋਈ, ਬਣਾਉਣ ਵਾਲਾ ਵੀ ਉਹ ਹੈ ਤੇ ਢਾਉਣ ਵਾਲਾ ਵੀ ਉਹ ਹੈ। ਬਣਾਉਣ ਵਾਲਾ ਕੋਈ ਵੱਖਰਾ ਨਹੀਂ ਹੈ ਵੀ ਧਰਤੀ ਕਿਸੇ ਹੋਰ ਨੇ ਘੜੀ ਹੈ, ਸੂਰਜ ਕਿਸੇ ਹੋਰ ਨੇ ਘੜਿਆ, ਨਹੀਂ। ਉਹ ਬਣਾਉਣ ਵਾਲਾ ਆਪ ਹੀ ਹੈ। ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨਾ ਕੋਏ। ਜਿਉਂ ਬੁਲਾਏ, ਜਿਵੇਂ ਉਹ ਬੁਲਾਉਂਦਾ ਹੈ, ਤਿਉਂ ਬੋਲੀ ਹੈ, ਉਵੇਂ ਅਸੀਂ ਬੋਲਦੇ ਹਾਂ। ਜਾਂ ਆਪ ਬੁਲਾਏ ਸੋਏ, ਜਦੋਂ ਉਹ ਆਪ ਕਿਰਪਾ ਕਰਕੇ ਬੁਲਾਉਂਦਾ ਹੈ। ਫਿਰ ਗੁਰਮੁਖ ਬਾਣੀ ਬ੍ਰਹਮ ਹੈ, ਕਹਿੰਦੇ ਗੁਰਮੁਖਾਂ ਦੀ ਜਿਹੜੀ ਬਾਣੀ ਹੈ ਨਾ, ਮਤਲਬ ਰੱਬ ਦੇ ਪਿਆਰਿਆਂ ਦੀ ਜਿਹੜੀ ਬੋਲੀ ਹੈ, ਉਹਦੇ ਵਿੱਚ ਕੀ ਹੈ? ਬ੍ਰਹਮ ਹੈ। ਨਿਤਾ ਪ੍ਰਤੀ ਰੱਬ ਹੀ ਰੱਬ ਹੈ, ਉਹਨਾਂ ਦੀ ਬੋਲੀ ਵਿੱਚ ਰੱਬ ਹੀ ਰੱਬ ਹੈ। ਸ਼ਬਦ ਮਿਲਾਵਾ ਹੋਏ, ਔਰ ਉਹਨਾਂ ਦੀ ਬੋਲੀ ਗੁਰਬਾਣੀ ਦੇ ਰਾਹੀਂ ਕੀ ਹੈ? ਅਕਾਲ ਪੁਰਖ ਪਰਮੇਸ਼ਵਰ ਜੀ ਦਾ, ਗੁਰੂ ਜੀ ਕਾ ਮਿਲਾਪ ਜਿਹੜਾ ਉਹ ਹੁੰਦਾ। ਨਾਨਕ ਨਾਮ ਸੰਭਾਲ ਤੂੰ, ਕਹਿੰਦੇ ਹੈ ਨਾਨਕ ਜੀ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਮ ਨੂੰ ਸੰਭਾਲੀਏ। ਜਿਤ ਸੇਵਿਆ ਸੁਖ ਹੋਏ, ਜਿਹਨੂੰ ਸੇਵਨ ਦੇ ਨਾਲ, ਚੇਤੇ ਕਰਨ ਦੇ ਨਾਲ ਜ਼ਿੰਦਗੀਆਂ ਸੁਖ ਭਰਪੂਰ ਬਣ ਜਾਂਦੀਆਂ ਨੇ। ਇਸ ਲਈ ਅਸੀਂ ਗੁਰੂ ਸਾਹਿਬ ਅੱਗੇ ਨਿਤਾ ਪ੍ਰਤੀ ਅਰਦਾਸਾਂ ਤੇ ਅਰਜ਼ੋਈਆਂ ਕਰੀਏ ਔਰ ਯਤਨ ਕਰੀਏ ਕਿ ਆਪਣੀ ਜ਼ਿੰਦਗੀ ਨੂੰ ਸਮਾਜ ਨਾਲੋਂ ਵੱਖਰੇ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕਰੀਏ। ਸਮਾਜ ਜਿਵੇਂ ਚੱਲ ਰਿਹਾ ਉਹ ਸਮਾਜ ਦੀ ਮਰਜ਼ੀ, ਪਰ ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ, ਗੁਰੂ ਨਾਨਕ ਦੇ ਘਰ ਦਾ ਇੱਕ ਮੁਰੀਦ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਿਰ ਇੱਕ ਫਰਜ਼ ਬਣਦਾ ਕਿ ਮੇਰੀ ਜ਼ਿੰਦਗੀ ਸਮਾਜ ਨਾਲੋਂ ਵੱਖਰੀ ਹੋਵੇ। ਬਾਬੇ ਨਾਨਕ ਨੇ ਇਹੀ ਸਿਧਾਂਤ ਦਿੱਤਾ। ਅੱਜ ਵੀ ਅਸੀਂ ਬੜੇ ਫਕਰ ਨਾਲ ਕਹਿੰਦੇ ਆ ਜੀ, ਲੱਖਾਂ ਚੋਂ ਖੜਿਆ ਇੱਕ ਵੱਖਰਾ ਪਛਾਣਿਆ ਜਾਂਦਾ ਗੁਰੂ ਨਾਨਕ ਦਾ ਸਿੱਖ। ਤੇ ਜੇ ਲੱਖਾਂ ਚੋਂ ਖੜਿਆ ਪਛਾਣਿਆ ਜਾਂਦਾ ਇੱਕ ਸਿੱਖ ਚਿਹਰੇ ਕਰਕੇ, ਆਪਣੀ ਸਰੂਪ ਕਰਕੇ, ਤੇ ਲੱਖਾਂ ਦੇ ਕਰਮਾਂ ਵਿੱਚੋਂ ਫਿਰ ਸਿੱਖ ਦੇ ਕਰਮ ਵੱਖਰੇ ਕਿਉਂ ਨਾ ਨਜ਼ਰ ਆਉਣ? ਉਹ ਕਰਮਾਂ ਕਰਕੇ ਵੀ ਫਿਰ ਲੱਖਾਂ ਚੋਂ ਖੜਿਆ ਪਛਾਣਿਆ ਜਾਏ। ਕੋਸ਼ਿਸ਼ ਕਰੀਏ, ਯਤਨ ਕਰੀਏ, ਸਤਿਗੁਰੂ ਰਹਿਮਤ ਕਰਨ। ਸਾਹਿਬ ਅੱਗੇ ਕਿਤੇ ਅਰਦਾਸ ਕਰਦੇ ਰਹੀਏ, ਮਾਲਕ ਜੀ ਕਿਰਪਾ ਕਰੋ, ਆਪ ਰਹਿਮਤ ਕਰਕੇ ਇਸ ਸਾਰੇ ਜਗਤ ਨੂੰ ਛੱਡਦੇ ਹੋਏ ਨੂੰ ਆਪਣੀ ਕਿਰਪਾ ਧਾਰ ਕੇ ਰੱਖ ਲਓ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ ਤਤੈ ਲੇਹੋ ਉਬਾਰ। ਆਪ ਕਿਰਪਾ ਕਰੋ ਸਤਿਗੁਰੂ, ਸਮਤ ਬਖਸ਼ੋ। ਸਾਹਿਬ ਜੀ ਅੱਗੇ ਅਰਦਾਸ ਨਿਤਾ ਪ੍ਰਤੀ ਕਰਦੇ ਰਿਹਾ ਕਰੀਏ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤਾਂ ਜੋ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ
ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਨਾਨਕ ਨਾਮ ਸੰਭਾਲ ਤੂੰ, ਜਿਤ ਸੇਵਿਐ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ